ਮੁਰਦਾ ਦਿਲਾਂ ਵਿੱਚ ਫੂਕਦਾ ਰੂਹ ਤਾਜੀ, ਮਾਨ ਮੱਤਾ ਇਤਿਹਾਸ ਕਵੀ ਸ਼੍ਰੀ ਦਾ। ਮੁਰਦਾ ਦਿਲਾਂ ਵਿੱਚ ਫੂਕਦਾ ਰੂਹ ਤਾਜੀ, ਮਾਨ ਮੱਤਾ ਇਤਿਹਾਸ ਕਵੀ ਸ਼੍ਰੀ ਦਾ। ਨੌਵਾਂ ਰਸਾਂ ਦਾ ਮੰਨੀ ਸਮੇਲ ਜਾਂਦੀ, ਰੁਤਬਾ ਜਗ ਤੇ ਖਾਸ ਕਵੀ ਸ਼੍ਰੀ ਦਾ। ਉਹ ਪਿਆਰ ਲਟਾਵੰਦੇ ਹੋ, ਉਹ ਪਿਆਰ ਲਟਾਵੰਦੇ ਮਨਾ ਮੂਹੀ, ਜਿਨ੍ਹਾਂ ਦਿਲਾਂ ਅੰਦਰ ਵਾਸ ਕਵੀ ਸ਼੍ਰੀ ਦਾ। ਅਮਰਜੀਤ ਸਿਆਂ ਚਾਨਣਾ ਵੰਡਦਾ ਰੂਹ, ਐਸਾ ਹੋਇਆ ਪ੍ਰਕਾਸ਼ ਕਵੀ ਸ਼੍ਰੀ ਦਾ। ਐਸਾ ਹੋਇਆ ਪ੍ਰਕਾਸ਼ ਕਵੀ ਸ਼੍ਰੀ ਦਾ। ਜਦੋਂ ਵੀ ਧੁਨ ਕਵੀ ਸ਼੍ਰੀ ਦੀ, ਕੰਨਾਂ ਵਿੱਚ ਮਠਾਸ ਏ ਕੋਲ ਜਾਂਦੀ, ਜਿੱਥੇ ਧਰਮੀਆਂ ਦੀ ਇਹ ਹੈ ਗੱਲ ਕਰਦੀ, ਬੇਦੀਨਿਆਂ ਦੇ ਪਰਦੇ ਫੋਲ ਜਾਂਦੀ। ਉਹ ਦਾਇਰਾ ਬੜਾ ਵਿਸ਼ਾਲ ਕਵੀ ਸ਼੍ਰੀ ਦਾ, ਹਰ ਇੱਕ ਵਿਸ਼ੇ ਤੇ ਪੱਖ ਤੇ ਬੋਲ ਜਾਂਦੀ, ਜਿਹੜੇ ਭਿੱਜ ਪ੍ਰੇਮ ਵਿੱਚ ਅਮਰ ਗਾਉਂਦੇ, ਲਾ ਦੌਲਤਾਂ ਦੇ ਫਿਰ ਇਹ ਬੋਲ ਜਾਂਦੀ, ਲਾ ਦੌਲਤਾਂ ਦੇ ਫਿਰ ਇਹ ਬੋਲ ਜਾਂਦੀ। ਇਹ ਜਗ ਜਾਨ ਮੁਸਾਫਰ ਖਾਨਾ ਓਏ ਜੋਗੀ ਵਾਲਾ ਫੇਰਾ, ਆਈ ਵਾਰੀ ਤੋਂ ਲੈ ਵਧਾਈਗੀ ਓਏ ਖਾਲੀ ਕਰਨਾ ਡੇਰਾ, ਆਈ ਵਾਰੀ ਤੋਂ ਲੈ ਵਧਾਈਗੀ ਓਏ ਖਾਲੀ ਕਰਨਾ ਡੇਰਾ। ਹਾਰਾ ਜਿੰਦ ਦੀ ਡੋਲੀ, ਚੱਕ ਕੋਹਾਰਾ ਜਿੰਦ ਦੀ ਡੋਲੀ, ਖੜਨੀ ਸਹੁਰਿਆਂ ਕੋਲ, ਵਾਹਿਗੁਰੂ ਵਾਹਿਗੁਰੂ ਬੋਲ ਓ ਬੰਦਿਆ, ਵਾਹਿਗੁਰੂ ਵਾਹਿਗੁਰੂ ਬੋਲ। ਇਹ ਜਗ ਜਾਨ ਮੁਸਾਫਰ ਖਾਨਾ ਓਏ ਜੋਗੀ ਵਾਲਾ ਫੇਰਾ, ਆਈ ਵਾਰੀ ਤੋਂ ਲੈ ਵਧਾਈਗੀ ਓਏ ਖਾਲੀ ਕਰਨਾ ਡੇਰਾ, ਆਈ ਵਾਰੀ ਤੋਂ ਲੈ ਵਧਾਈਗੀ ਓਏ ਖਾਲੀ ਕਰਨਾ ਡੇਰਾ। ਹਾਰਾ ਜਿੰਦ ਦੀ ਡੋਲੀ, ਚੱਕ ਕੋਹਾਰਾ ਜਿੰਦ ਦੀ ਡੋਲੀ, ਖੜਨੀ ਸਹੁਰਿਆਂ ਕੋਲ, ਵਾਹਿਗੁਰੂ ਵਾਹਿਗੁਰੂ ਬੋਲ ਓ
ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ। ਪਟ ਪਟ ਮਿੱਟੀਆਂ ਮਹਿਲੀ ਉਸਾਰੇ ਓਏ ਲੋਕ ਕਹਿਣ ਕਰ ਮੇਰਾ ਨਾ ਤੇਰਾ ਨਾ ਮੇਰਾ ਏ ਘਰ ਓ ਚਿੜੀਆਂ ਰਹਿਣ ਬਸੇਰਾ ਨਾ ਤੇਰਾ ਨਾ ਮੇਰਾ ਏ ਘਰ ਤਾਂ ਚਿੜੀਆਂ ਰਹਿਣ ਬਸੇਰਾ। ਇੱਕ ਦਿਨ ਵੱਜਣਾ ਈ ਸਿਰ ਤੇਰੇ ਇੱਕ ਦਿਨ ਵੱਜਣਾ ਈ ਸਿਰ ਤੇਰੇ ਆਣ ਮੌਤ ਦਾ ਢੋਲ ਵਾਹਿਗੁਰੂ ਵਾਹਿਗੁਰੂ ਬੋਲ। ਓ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ। ਓ ਹੁਸਨ ਜਵਾਨੀ ਚਾਰ ਦਿਹਾੜੇ ਹੁਸਨ ਜਵਾਨੀ ਚਾਰ ਦਿਹਾੜੇ ਓਏ ਖੁਸ਼ੀਆਂ ਨਾਲ ਲੰਘਾਈਏ ਜ਼ਿੰਦਗੀ ਦਾ ਇਤਬਾਰ ਨਹੀਂ ਭਾਵੇਂ ਬਿਨ ਖੱਪਣੋਂ ਤੁਰ ਜਾਈਏ ਜ਼ਿੰਦਗੀ ਦਾ ਇਤਬਾਰ ਨਹੀਂ ਭਾਵੇਂ ਬਿਨ ਖੱਪਣੋਂ ਤੁਰ ਜਾਈਏ। ਇਸ ਦੁਨੀਆ ਤੋਂ ਸਭ ਤੁਰ ਜਾਣੇ ਇਸ ਦੁਨੀਆ ਤੋਂ ਸਭ ਤੁਰ ਜਾਣੇ ਜਿਸਮ ਨਹੀਂ ਰਹਿਣੇ ਸੋਲ ਵਾਹਿਗੁਰੂ ਵਾਹਿਗੁਰੂ ਬੋਲ। ਓ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ। ਆਪਣੇ ਹੱਥੀਂ ਜੋ ਜੋ ਬੀਜਿਆ ਉਹ ਵੱਢਣਾ ਪੈਣਾ ਵਾਰੋ ਵਾਰੀ ਸੱਦਾ ਆਉਣਾ ਓਏ ਬੈਠ ਕਿਸੇ ਨਹੀਂ ਰਹਿਣਾ ਵਾਰੋ ਵਾਰੀ ਸੱਦਾ ਆਉਣਾ ਇੱਥੇ ਬੈਠ ਕਿਸੇ ਨਹੀਂ ਰਹਿਣਾ। ਭਾਵੇਂ ਬੇਸ਼ੱਕ ਅੜੀ ਅੜੀ ਕਰ ਲਈ ਹੋਏ ਭਾਵੇਂ ਬੇਸ਼ੱਕ ਅੜੀ ਅੜੀ ਕਰ ਲਈ ਨਾਲ ਜਮਾਂ ਦੇ ਕੋਲ ਵਾਹਿਗੁਰੂ ਵਾਹਿਗੁਰੂ ਬੋਲ। ਓ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ। ਕਹੇ ਹਸੈਨ ਫਕੀਰ ਸਾਈਂ ਦਾ ਓਏ ਮੌਤ ਵਟੇਂਦੀ ਰੱਸੇ ਵਲ ਵਲ ਮੁਸ਼ਕਾਂ ਪਲ ਵਿੱਚ ਜਾਣੇ ਓਏ ਹੱਥ ਪੈਰ ਸਭ ਕੱਸੇ ਵਲ ਵਲ ਮੁਸ਼ਕਾਂ ਪਲ ਵਿੱਚ ਜਾਣੇ ਓਏ ਹੱਥ ਪੈਰ ਸਭ ਕੱਸੇ। ਨਿਬੜ ਜਾਣਾ ਇੱਕ ਦਿਨ ਲੇਖਾ ਨਿਬੜ ਜਾਣਾ ਇੱਕ ਦਿਨ ਲੇਖਾ ਐਨ ਬਰਾਬਰ ਤੋਲ ਵਾਹਿਗੁਰੂ ਵਾਹਿਗੁਰੂ ਬੋਲ। ਓ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ। ਓ ਬੁਲਬੁਲ ਵਾਂਗੂ ਚਾਰ ਦਿਹਾੜੇ ਬੁਲਬੁਲ ਵਾਂਗੂ ਚਾਰ ਦਿਹਾੜੇ ਬਾਗਾਂ ਦੇ ਵਿੱਚ ਵਾਸਾ ਮਰ ਮਰ ਜਾਣਾ ਮੈਂ ਕਰਕੇ ਓਏ ਕਾਹਦਾ ਏ ਪਰਵਾਸਾ ਮਰ ਮਰ ਜਾਣਾ ਮੈਂ ਕਰਕੇ ਓਏ ਕਾਹਦਾ ਏ ਪਰਵਾਸਾ। ਕਾਲ ਬਲੀ ਦਾ ਪੈਣਾ ਡਾਕਾ ਕਾਲ ਬਲੀ ਦਾ ਪੈਣਾ ਈ ਅਨਪੋਲ ਵਾਹਿਗੁਰੂ ਵਾਹਿਗੁਰੂ ਬੋਲ। ਓ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ। ਜਿਸ ਦੌਲਤ ਦਾ ਗਰਬ ਕਰੇ ਪਿਆ ਓਏ ਨਾਲ ਨਹੀਂ ਜਾਣਾ ਢਿੱਲਾ ਸੁਈਆਂ ਛੱਡ ਕੇ ਹੀਰ ਖਿਸਕਣਾ ਹੈ ਰੰਜਨ ਦਾ ਬੇਲਾ ਸੁਈਆਂ ਛੱਡ ਕੇ ਹੀਰ ਖਿਸਕਣਾ ਹੈ ਰੰਜਨ ਦਾ ਬੇਲਾ। ਹੁਸੈਨ ਫਕੀਰ ਸਾਈਂ ਦਾ ਕਹੇ ਹੁਸੈਨ ਫਕੀਰ ਸਾਈਂ ਦਾ ਤੋੜ ਨਹੀਂ ਨਿਭਣੇ ਕੋਲ ਵਾਹਿਗੁਰੂ ਵਾਹਿਗੁਰੂ ਬੋਲ। ਓ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ। ਓ ਬੰਦਿਆ ਵਾਹਿਗੁਰੂ ਵਾਹਿਗੁਰੂ ਬੋਲ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੇ ਖਾਲਸਾ ਜੀ ਵਡਭਾਗੇ ਹਾਂ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਸਾਨੂੰ ਸਵਾਸਾਂ ਦੀ ਪੂੰਜੀ ਸਫਲਿਆਂ ਬਣਾਉਣ ਦਾ ਸੁਭਾਗ ਸਮਾਂ ਗੁਰੂ ਕਿਰਪਾ ਦੇ ਦੁਆਰਾ ਪ੍ਰਾਪਤ ਹੋਇਆ ਹੈ। ਇਹ ਮਹਾਨ ਜੋੜ ਮੇਲਾ ਹਰ ਸਾਲ ਬੜੀ ਚੜ੍ਹਦੀ ਕਲਾ ਨਾਲ ਪਿੰਡ ਚਵਿੰਡਾ ਕਲਾਂ ਦੀ ਸੰਗਤ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਪੰਚਾਇਤ ਵੱਲੋਂ
बड़े उत्साह नाल महापुरुखां दी याद अंदर मना के सतगुरां दी खुशी लई जांदी है। कई साल पहला भी इस मंच तो आप जी दे पावन चरनां च हाज़री भरन पहुंचिया सा। इस वार बड़ी मुहब्बत नाल पंथ दे महान विद्वान ज्ञानी बलदेव सिंह जी MA तथा सारी प्रबंधक कमेटी ने हुक्म ला के आप जी के दर्शनों का सुभाग समा मैनू बख्शिश करके नवाजिया है। वक़्त निर्धारित है, अपने समय अंदर रह के अपनी गल आप जी के कर कमलों च बयान करनी चाहना है। मुढ़ली बेनती ये करांगा, जिहड़े भैन भरा आसे पासे तुरे फिरदे हो गुरु के दीवान में आके हाजिर होवो ताकि साडी हाज़री सतगुरां दे दर प्रवान चढ़ सके। आओ खालसा जी विचारां दे आगाज तो पहला बड़ी भावना दे नाल आपां सतपुरखां दे चरण परसदियां असीस लईए, कोई वांझा ना रवे। 2 बार वाहिगुरू शब्द का उच्चारण करो ते गज के आखो वाहिगुरू जी का खालसा वाहिगुरू जी की फतेह। ज्ञानी बलदेव सिंह जी MA साहब उन्होंने वालों 200 दमड़ा सत्कार हाजिर किया गया, धन्यवाद करदा है। मानयोग सरपंच साहब प्रधान साहब सरदार हरभजन सिंह जी 200 दमड़ा ही उन्होंने वालों सत्कार हाजिर है, धन्यवादी है। सरदार साहब सिंह जी माया भेजते ने। परमजीत सिंह साहब जी जुम्मेवार सज्जन सारियां वालों 100 दमड़ा किरत दी माया सफली बनाई गई, धन्यवादी है। मनिंदरपाल सिंह उन्होंने दे नाम तो 500 दमड़ा हाजिर किया गया, धन्यवाद करदा हाँ। गुरु साहब चढ़दी कला करन। बची विंड तो भाजी मनोहर सिंह होनी उन्होंने दे वड्डे भाई साहब पहुंचे ने, बहुत सत्कार पेश किया उन्होंने, कदरदानी का धन्यवाद करदा हाँ। मेरा प्यारा वीर भाई मनजिंदर सिंह नंबरदार पधरे ਉਹਦੇ ਵੱਲੋਂ भी माया हाजिर है। गुरु साहब हाजरी दर प्रवान करन, चढ़दी कला की दात दरों घरों गुरसिखा नूं बख्शिश करके नवाजन। स्टेज उत्ते प्रसिद्ध ढाडी कसेल साहब बैठे ने, उन्हां वल्लों ज्ञानी जरनैल सिंह जी सभरावां उन्हां नूं याद करदिआं माया भेजी गई है। और नाल पंथ दे महान विद्वान गुरप्रवासी ज्ञानी कुलवंत सिंह जी BA साहब उन्होंने चेते करदिया मुहब्बत निछावर की है, उन्हों का धन्यवाद करदा है। बड़े सत्कारयोग ने निहंग सिंह गायक, सुच्चा सिंह गिल झंझोटे धार्मिक कलाकार लेखक और गायक उन्होंने भी सत्कार हाजिर किया है, उन्हों भी अदब करदा है। अमेरिका वाले सरदार जगराज सिंह हुणां दी तंदुरुस्ती की अरदास गुरु चरनां च सत्कार हाजिर है। वाहिगुरू साहब चढ़दी कला की दात बख्शिश करन, शरीरक तंदुरुस्ती कारोबार भी तरक्की अता फरमाउण। आओ खालसा जी इतिहास के झरोखे विचों मैं एक अनगौलिया सिख तवारीख का पन्ना आप जी नाल साझा करा और उस तो बाद एक कविता स्पैशल तौर उत्ते वीरां दा हुक्म लगा है कहण लई, वो अखीर विच आखांगा। आओ गल करनी चाहुंदा है। जदों रजवाड़ा शाही ਵੱਖ-ਵੱਖ ਖਿੱਤਿਆਂ ਦੀ ਮਾਲਕ ਸੀ, ਪੰਜਾਬ ਦੀ ਤਵਾਰੀਖ ਵੀਰਤਾ ਦੇ ਨਾਲ ਸਿਰਜਣ ਵਾਲਿਆਂ ਦੇ ਇਤਿਹਾਸ ਵਿੱਚੋਂ ਇੱਕ ਸਿੱਖ ਦੇਵੀ ਹੋਈ ਹੈ, ਜਿਸ ਦੇਵੀ ਨੇ ਮੈਦਾਨੇ ਜੰਗ ਅੰਦਰ ਤੇਗ ਲੈ ਕੇ ਵਿਰੋਧੀ ਦੇ ਦੰਦ ਖੱਟੇ ਕਰਦਿਆਂ ਪੰਜਾਬ ਦੀ ਮਿੱਟੀ ਦੇ ਸਵੈਮਾਨ ਔਰ ਪੰਜਾਬ ਦੀ ਸੁਤੰਤਰਤਾ ਵਾਸਤੇ ਜਹਾਦ ਲੜਿਆ। ਜਦੋਂ ਕੁਰਬਾਨੀ ਕਰਨ ਦੀ ਗੱਲ ਆਉਂਦੀ ਹੈ, ਸਿੱਖ ਇਤਿਹਾਸ ਅੰਦਰ तेगा वाउण वाले सूरबीर बहादुरां दा बहुत वड्डा जिक्र है। और नाल दी नाल सिख देवियां दा जिक्र भी साडे इतिहास ने कीता है। एक देवी मैदाने जंग विच उदों लड़ी सी जदों 10वें पातशाह साहिब गुरु गोबिंद सिंह महाराज ने मुक्तसर के मैदान में सरहंद के सूबेदार वजीर खान के हज़ारां की गिणती में फौज नाल जंग लड़िया। उस सिख देवी का नाम सी माता भागो। वो पिंड झबाल विच जमी पली, गुरु गोबिंद सिंह पातशाह महाराज जी का बख्शिश किया जंगी बाणा उस देवी ने पहनिया है। भावें सेवा की गल है, सिमरन की गल है और कुर्बानी की गल है, हर खेत्र के अंदर सिख औरतां सिख बीबियां
ਕਿਤੇ ਵੀ ਮੈਨੂੰ ਪਿੱਛੇ ਨਹੀਂ ਨਜ਼ਰ ਆਉਂਦੀਆਂ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵਕਤ ਦੀ 27 ਔਰਤ ਜਾਤੀ ਦੇ ਹੱਕ ਵਿੱਚ ਉਦੋਂ ਹਾ ਦਾ ਨਾਰਾ ਮਾਰਿਆ, ਜਦੋਂ ਔਰਤ ਨੂੰ ਕੋਈ ਗੁਲਾਮੀ ਦੀ ਨਿਸ਼ਾਨੀ ਕਹਿੰਦਾ ਹੈ, ਕੋਈ ਨਰਕ ਦਾ ਦੁਆਰ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ, ਗੁਰੂ ਬਾਬਾ ਬੋਲਿਆ, ਹਜੂਰ ਨੇ ਆਵਾਜ਼ ਬੁਲੰਦ ਕਰਕੇ ਆਪਣੇ ਮੁਖਾਰ ਬਿਨ ਤੋਂ ਬਚਨ ਕੀਤਾ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਜਦੋਂ ਐਡਾ ਵੱਡਾ ਸਨਮਾਨ ਗੁਰੂ ਨਾਨਕ ਦੇ ਘਰ ਨੇ ਔਰਤ ਜਾਤੀ ਨੂੰ ਬਖਸ਼ਿਸ਼ ਕਰਕੇ ਨਵਾਜਿਆ, ਫਿਰ ਹਰ ਖੇਤਰ ਦੇ ਅੰਦਰ ਔਰਤ ਨੇ ਇਤਿਹਾਸ ਅੰਦਰ ਵੱਡਾ ਯੋਗਦਾਨ ਪਾਇਆ। ਮੈਂ ਗੱਲ ਕੁਰਬਾਨੀ ਦੀ ਕਰਨੀ ਹੈ। ਇੱਕ ਰਾਣੀ ਸਾਹਿਬ ਕੌਰ ਸਾਡੇ ਇਤਿਹਾਸ ਅੰਦਰ ਹੋਈ ਹੈ। ਸਾਹਿਬ ਕੌਰ ਨਾਂ ਦੇ ਅਨੇਕ ਪਾਤਰ ਮਿਲਦੇ ਹੈ। ਇੱਕ ਜਦੋਂ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜ੍ਹਦੇ ਆ, ਬਾਬਾ ਬੰਦਾ ਸਿੰਘ ਬਹਾਦਰ ਦੀਆਂ 2 ਸ਼ਾਦੀਆਂ ਦਾ ਜ਼ਿਕਰ ਆਉਂਦਾ ਹੈ। ਇੱਕ ਬੀਬੀ ਸ਼ਸ਼ੀਲ ਕੌਰ ਦੇ ਨਾਲ ਔਰ ਦੂਸਰੀ ਸ਼ਾਦੀ ਬਾਬਾ ਬੰਦਾ ਸਿੰਘ ਬਹਾਦਰ ਦੇ। ਯਾਦ ਰੱਖੋ, ਵਜ਼ੀਰਾਬਾਦ ਦੇ ਖੱਤਰੀਆਂ ਦੀ ਪੁੱਤਰੀ ਨਾ ਹੋਈ ਜਿਹਦਾ ਨਾਮ ਸੀ ਸਾਹਿਬ ਕੌਰ, ਜਿਹਦੀ ਕੁੱਖ ਤੋਂ ਰਣਜੀਤ ਸਿੰਘ ਪੈਦਾ ਹੋਇਆ ਔਰ ਉਹਦੀ ਸ਼ਾਖ ਬਾਬਾ ਬੰਦਾ ਸਿੰਘ ਬਹਾਦਰ ਵਾਲੀ ਅੱਗੇ ਵਧੇ। ਇੱਕ ਸਾਹਿਬ ਕੌਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਯੁੱਗ ਅੰਦਰ ਹੋਈ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੁਵਾਰਾ ਡੋਲਾ ਆਖਿਆ ਜਾਂਦਾ ਹੈ। ਉਹ ਰੋਹਤਾਸ ਅੰਦਰ ਭਾਈ ਰਾਮੂ ਤੇ ਮਾਤਾ ਜਸ ਦੇਵੀ ਦੇ ਘਰ ਵਿੱਚ ਜਨਮ ਲੈਂਦੀ ਹੈ ਔਰ ਉਹਦਾ ਡੋਲਾ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਉਦੋਂ ਕਲਗੀਆਂ ਵਾਲੇ ਪਾਤਸ਼ਾਹ ਦੀਆਂ 2 ਸ਼ਾਦੀਆਂ ਹੋ ਚੁੱਕੀਆਂ ਸਨ, 4 ਮਹਾਰਾਜ ਦੇ ਸਾਹਿਬਜ਼ਾਦੇ ਸਨ, ਖਾਲਸੇ ਦੀ ਸਿਰਜਣਾ ਹੋ ਚੁੱਕੀ ਸੀ। ਜਦੋਂ ਸਾਹਿਬ ਦੇਵਾਂ ਦੇ ਮਾਪਿਓ ਦਾ ਡੋਲਾ ਲੈ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚੇ ਤਾਂ ਮਹਾਰਾਜ ਨੇ ਸਾਫ਼ ਕਹਿ ਦਿੱਤਾ, ਅਸਾਂ ਬ੍ਰਹਮਚਾਰਜ ਧਾਰਨ ਕਰ ਲਿਆ, ਸਾਨੂੰ ਹੋਰ ਵਿਆਹ ਦੀ ਲੋੜ ਨਹੀਂ। ਤੇ ਸਿੱਖਾਂ ਦੀ ਭਾਵਨਾ ਸੀ ਵੀ ਸਾਹਿਬ ਦੇਵਾਂ ਦਾ ਡੋਲਾ ਗੁਰੂ ਜੀ ਪ੍ਰਵਾਨ ਕਰਨ। ਤੇ ਮਹਾਰਾਜ ਨੇ ਆਖਿਆ ਸੀ, ਜੇ ਇਹਨਾਂ ਹਾਲਾਤਾਂ ਵਿੱਚ ਤੁਸੀਂ ਆਪਣੀ ਭਾਵਨਾ ਗੁਰੂ ਨਾਨਕ ਦੇ ਦਰ ਪ੍ਰਵਾਨ ਚੜਾਉਣੀ ਹੈ, ਫਿਰ ਆਪਣੀ ਬੱਚੀ ਨੂੰ ਪੁੱਛ ਲਓ, ਇਹਨੂੰ ਕੁਵਾਰੇ ਡੋਲੇ ਦੇ ਰੂਪ ਵਿੱਚ ਰਹਿਣਾ ਪਏਗਾ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਿਲੇ ਮਹਿਲ ਮਾਂ ਜੀਤਾ, ਦੂਜੇ ਮਹਿਲ ਮਾਤਾ ਸੁੰਦਰੀ ਜੀ ਔਰ ਤੀਜੇ ਮਹਿਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਸਾਹਿਬ ਕੌਰਾਂ ਸਨ, ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੁਵਾਰਾ ਡੋਲਾ ਆਖਿਆ ਗਿਆ। ਤੇ ਜਦੋਂ ਵਕਤ ਦੀ 27 ਸਾਹਿਬ ਦੇਵਾਂ ਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪੁੱਤਰ ਮੰਗਿਆ ਤਾਂ ਉਸ ਵਕਤ ਮਹਾਰਾਜ ਨੇ ਪੂਰਾ ਖਾਲਸਾ ਪੰਥ ਮਾਤਾ ਸਾਹਿਬ ਕੌਰਾਂ ਦਾ ਪੁੱਤਰ ਬਣਾ ਕੇ ਉਹਦੀ ਝੋਲੀ ਵਿੱਚ ਪਾ ਦਿੱਤਾ। ਫੇਰ 10 ਲਵਾਂ, ਇੱਕ ਸਾਹਿਬ ਕੌਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਮ ਸਪਤਨੀ ਹੈ ਔਰ ਇੱਕ ਸਾਹਿਬ ਕੌਰਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਧਰਮ ਸਪਤਨੀ ਹੈ। ਪਰ ਜਿਸ ਸਾਹਿਬ ਕੌਰ ਦਾ ਮੈਂ ਜ਼ਿਕਰ ਕਰਨ ਲੱਗਾ ਹਾਂ, ਇਹ ਸਾਹਿਬ ਕੌਰ ਦਰਅਸਲ ਪਟਿਆਲਾ ਰਿਆਸਤ ਦੇ ਪ੍ਰਧਾਨ ਮੰਤਰੀ ਹੋਈ ਹੈ। ਆਓ ਤੱਕਣ ਦਾ ਯਤਨ ਕਰੋ, ਰਾਜਾ ਅਮਰ ਸਿੰਘ ਦੇ ਘਰ ਵਿੱਚ ਰਾਣੀ ਸਾਹਿਬ ਕੌਰ ਦਾ ਜਨਮ ਹੋਇਆ। ਜਦੋਂ 13 ਸਾਲਾਂ ਦੀ ਹੋਈ, ਬੜੇ ਚਾਵਾਂ ਮਲਾਰਾਂ ਦੇ ਨਾਲ ਰਾਜਾ ਅਮਰ ਸਿੰਘ ਨੇ ਆਪਣੀ ਪੁੱਤਰੀ ਦਾ ਆਨੰਦ ਕਾਰਜ ਕੀਤਾ। ਕੌਣ ਹੈ? ਰਾਣੀ ਸਾਹਿਬ ਕੌਰ। ਇਹਨਾਂ ਸਤਰਾਂ ਨੂੰ ਤਵੱਜੋ ਦੇ ਕੇ ਸਰਵਣ ਕਰੋ, ਤੁਹਾਡੀ ਕਚਹਿਰੀ ਵਿੱਚ ਬਿਆਨ ਕਰ ਰਿਹਾ ਹਾਂ ਜੀ। 1764 ਚ ਜਨਮ ਧਾਰਿਆ, ਪਰ ਦੇ ਗਵਾਹੀ ਇਤਿਹਾਸਕਾਰਿਆ, ਪਰ ਦੇ ਗਵਾਹੀ ਇਤਿਹਾਸਕਾਰਿਆ। ਕੱਦ ਕਾਠੇ ਉੱਚਾ ਵਾਂਗਰਾ ਸਮੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ। 1764 ਚ ਜਨਮ ਧਾਰਿਆ, ਪਰ ਦੇ ਗਵਾਹੀ ਇਤਿਹਾਸਕਾਰਿਆ, ਪਰ ਦੇ ਗਵਾਹੀ ਇਤਿਹਾਸਕਾਰਿਆ। ਕੱਦ ਕਾਠੇ ਉੱਚਾ ਵਾਂਗਰਾ ਸਮੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ। ਰਾਜਾ ਹੈ ਅਮਰ ਸਿੰਘ ਉਹਦਾ ਬਾਪ ਜੀ, ਸ਼ਾਹੀ ਖਾਨਦਾਨ ਬੜਾ ਪ੍ਰਤਾਪ ਜੀ, ਸ਼ਾਹੀ ਖਾਨਦਾਨ ਬੜਾ ਪ੍ਰਤਾਪ ਜੀ। ਸਿੱਕਾ ਜੀ ਦੇ ਨਾਂ ਦਾ ਚੱਲਦਾ ਚਫੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ।
ਸਾਹਿਬ ਸਿੰਘ ਦੀ ਉਹ ਵੱਡੀ ਭੈਣ ਹੈ, ਚਾਲ ਚਰਵਣ ਕੀ ਮਸਤ ਨੈਣ ਹੈ, ਚਾਲ ਚਰਵਣ ਕੀ ਮਸਤ ਨੈਣ ਲੈਂਦੀ ਹੈ। ਝੱਟ ਫੈਸਲਾ ਉਹ ਬਿਨਾ ਦੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ। ਨਖਸ਼ ਸੁਨਖੇ ਥਬਵੀਂ ਨਹਰ ਹੈ, ਨਖਸ਼ ਸੁਨਖੇ ਥਬਵੀਂ ਨਹਰ ਹੈ, ਰੱਬੀ ਪੈਚ ਸਦਾ ਰਹਿੰਦੀ ਮਟਿਆਰ ਹੈ, ਰੱਬੀ ਪੈਚ ਸਦਾ ਰਹਿੰਦੀ ਮਟਿਆਰ ਹੈ। ਨਾਮ ਰਹਿੰਦੀ ਜਪਦੀ ਸੁਬਹ ਸਵੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ। ਸੁਗੜ ਸਿਆਣੀ ਕੀਮਤੀ ਵਿਚਾਰ ਜੀ, ਢਾਕੀ ਉੱਤੇ ਸਦਾ ਰੱਖੇ ਤਲਵਾਰ ਜੀ, ਢਾਕੀ ਉੱਤੇ ਸਦਾ ਰੱਖੇ ਤਲਵਾਰ ਜੀ। ਓ ਅੰਕੜੇ ਜੋ ਸਾਵੇਂ ਕਰ ਦਿੰਦੀ ਢੇਰ ਜੀ, ਆਕੜੇ ਜੋ ਸਾਵੇਂ ਕਰ ਦਿੰਦੀ ਢੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ। ਧਾਰਮਿਕ ਬੀਰਤੀ ਤੇ ਦਇਆਵਾਨ ਹੈ, ਧਰਮ ਤੇ ਰਾਜਨੀਤੀ ਦਾ ਗਿਆਨ ਹੈ, ਧਰਮ ਤੇ ਰਾਜਨੀਤੀ ਦਾ ਗਿਆਨ ਹੈ। ਪਰਵਰਦਗਾਰ ਦੀ ਬੜੀ ਹੈ ਮੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ। ਬੰਦਾ ਛੱਡਵਾ ਕੇ ਕਰੋ ਕਰੀ ਮੋੜ ਜੀ, ਪਾਇਆ ਸਨਮਾਨ ਜਿੰਨੇ ਬੰਦੀ ਛੋੜ ਜੀ, ਪਾਇਆ ਸਨਮਾਨ ਜਿੰਨੇ ਬੰਦੀ ਛੋੜ ਜੀ। ਬਾਬਲ ਦੀ ਐਸੀ ਪਰ ਸਿੱਧੀ ਢੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ। ਹੋ ਗਈ ਉਮਰ ਜਦੋਂ 13 ਸਾਲ ਹੈ, ਸ਼ਾਦੀ ਹੋਈ ਉਹਦੀ ਜੈਮਲ ਸਿਉ ਨਾਲ ਹੈ, ਹੋ ਗਈ ਉਮਰ ਜਦੋਂ 13 ਸਾਲ ਹੈ, ਸ਼ਾਦੀ ਹੋਈ ਉਹਦੀ ਜੈਮਲ ਸਿਉ ਨਾਲ ਹੈ, ਸ਼ਾਦੀ ਹੋਈ ਉਹਦੀ ਜੈਮਲ ਸਿਉ ਨਾਲ ਹੈ। ਜਿਹੜੀ ਸਬਰਾਈ ਆਈ ਖੁਸ਼ੀ ਦੀ ਸਵੇਰ ਜੀ, ਜਿਹੜੀ ਸਬਰਾਇਆ ਖੁਸ਼ੀ ਦੀ ਸਵੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ, ਸਾਹਿਬ ਕੌਰ ਰਾਣੀ ਬੜੀ ਸੀ ਦਲੇਰ ਜੀ। ਇਹ ਸੀ ਰਾਣੀ ਸਾਹਿਬ ਕੌਰ ਰਾਜਾ ਅਮਰ ਸਿੰਘ ਦੀ ਪੁੱਤਰੀ। ਰਾਜਾ ਅਮਰ ਸਿੰਘ ਸਿੱਧੂ ਗੋਤ ਦਾ ਬਹੁਤ ਰਾਈ ਸਰਦਾਰ ਸੀ, ਰਿਆਸਤ ਪਟਿਆਲਾ ਦਾ ਇਹ ਮਾਲਕ ਸੀ। ਅਮਰ ਸਿੰਘ ਦੇ ਵੱਡ ਵਡੇਰਿਆਂ ਦਾ ਜੇ ਜੀਵਨ ਪੜ੍ਹਨਾ ਹੋਵੇ ਤੇ ਸਾਨੂੰ ਮਾਲਵੇ ਦਾ ਇਤਿਹਾਸ ਬੜੇ ਗੌਰ ਨਾਲ ਪੜਚੋਲ ਕੇ ਵੇਖਣਾ ਪਏਗਾ। ਦੋ ਖਾਨਦਾਨਾਂ ਦੀ ਬੜੀ ਵੱਡੀ ਟੱਕਰ ਹੈ, ਮਾਲਵੇ ਦੀ ਤਵਾਰੀਖ ਦੇ ਵਿੱਚ ਹੁੰਦੀ ਹੈ। ਇੱਕ ਦਾ ਭੱਟੀ ਸਰਦਾਰ ਸਨ ਔਰ ਦੂਸਰੇ ਪਾਸੇ ਮੋਹਣਕਿਆਂ ਦਾ ਖਾਨਦਾਨ ਹੈ। ਬੀਦੋਵਾਲ ਦੀ ਧਰਤੀ ਉੱਤੇ ਮੋਹਣਕਿਆਂ ਦੀ ਔਰ ਭੱਟੀਆਂ ਦੇ ਬਹੁਤ ਵੱਡੀ ਟੱਕਰ ਹੋਈ। ਸਿੱਟਾ ਇਹ ਨਿਕਲਿਆ ਵੀ ਮੋਹਣਕਿਆਂ ਦੇ ਉਮਤ ਵਿੱਚੋਂ ਜਿਹੜੇ ਸਰਦਾਰ ਮੈਦਾਨੇ ਜੰਗ ਵਿੱਚ ਲੜੇ ਸਨ, ਉਹਨਾਂ ਵਿੱਚੋਂ ਕਾਲਾ ਚੌਧਰੀ ਦਾ ਵਿਸ਼ੇਸ਼ ਜ਼ਿਕਰ ਹੈ। ਔਰ ਕਾਲੇ ਚੌਧਰੀ ਦਾ ਭਰਾ ਬਾਬਾ ਰੂਪ ਚੰਦ ਮਾਲਵੇ ਦਾ ਇਤਿਹਾਸ ਦੱਸਦਾ ਹੈ। ਇਹ ਦੋਵੇਂ ਜਾਣੇ ਭੱਟੀਆਂ ਨਾਲ ਲੜੇ। ਸਿੱਟਾ ਇਹ ਨਿਕਲਿਆ ਵੀ ਰੂਪ ਚੰਦ ਦੀ ਮੌਤ ਹੋ ਗਈ ਔਰ ਕਾਲੇ ਚੌਧਰੀ ਨੂੰ ਵਕਤ ਦੇ ਸਤਾਏ ਨੂੰ ਆਪਣਾ ਇਲਾਕਾ ਛੱਡ ਕੇ ਦੂਸਰੇ ਖਿੱਤਿਆਂ ਵਿੱਚ ਸ਼ਰਨ ਲੈਣੀ ਪਈ। ਕੰਗਾਲੀ ਇੰਨੀ ਪੱਲੇ ਪੈ ਗਈ, ਜਦੋਂ ਸਰਦਾਰੀ ਖੁੱਸ ਗਈ, ਇਹਨਾਂ ਨੂੰ ਨਾ ਪੀਣ ਨੂੰ ਪਾਣੀ, ਨਾ ਖਾਣ ਨੂੰ ਰੋਟੀ, ਨਾ ਰਾਤ ਕੱਟਣ ਲਈ ਕੋਈ ਰਹਿਣ ਬਸੇਰਾ, ਦਰ ਦਰ ਦੇ ਧੱਕੇ ਖਾਂਦੇ। ਆਂਦੇ ਪੀਏ ਭੁੱਲਰਾਂ ਦੀ ਮੇਰ ਵਿੱਚ ਚਲੇ ਗਏ ਔਰ ਉੱਥੇ ਜਾ ਕੇ ਇੱਕ ਖੂਹ ਤੇ ਇਹਨਾਂ ਕਬਜ਼ਾ ਕਰ ਲਿਆ, ਪਰ ਉੱਥੋਂ ਵੀ ਇਹਨਾਂ ਨੂੰ ਬਿਵਤਾ ਦੇ ਮਾਰਿਆਂ ਨੂੰ ਨਿਕਲਣਾ ਪਿਆ। ਆਂਦੇ ਵੀ ਇਹਨਾਂ ਦਿਨਾਂ ਅੰਦਰ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ
ਗੁਰੂਸਰ ਦੇ ਮਕਾਮ ਉੱਤੇ ਮਾਲਵੇ ਦੀ ਧਰਤੀ ਨੂੰ ਤਾਰਨ ਵਾਸਤੇ ਆਏ ਸੀ। ਕਾਲੇ ਚੌਧਰੀ ਨੇ ਆਪਣੇ ਨਾਲ ਆਪਣੇ 2 ਭਤੀਜਿਆਂ ਨੂੰ ਲੈ ਲਿਆ, ਜਿਹੜੇ ਬਾਬਾ ਰੂਪ ਚੰਦ ਦੀ ਔਲਾਦ ਵਿੱਚੋਂ ਸਨ। ਇੱਕ ਬੱਚੇ ਦਾ ਨਾਮ ਸੀ ਫੂਲ ਔਰ ਦੂਜੇ ਦਾ ਨਾਮ ਸੀ ਸੰਦਲੀ। ਕਹਿੰਦਾ ਕਾਕਾ ਹੁਣ ਦੁਨੀਆ ਤੇ ਆਪਾਂ ਨੂੰ ਨਾ ਕੋਈ ਤਰਵਾਸ ਦੇਣ ਵਾਲਾ ਰਿਹਾ, ਨਾ ਕੋਈ ਆਸਰਾ ਦੇਣ ਵਾਲਾ। 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਮਾਲਵੇ ਦੇ ਲੋਕਾਂ ਨੂੰ ਤਾਰਨ ਲਈ ਆਏ ਐ। ਜੇ ਆਪਾਂ ਕਲਿਆਣ ਚਾਹੁੰਦੇ ਆ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਚਰਨ ਜਾ ਕੇ ਫੜ ਲਈਏ। ਨਿਆਣੇ ਛੋਟੇ ਛੋਟੇ ਸਨ, ਫੂਲ ਤੇ ਸੰਦਲੀ। ਕਾਲਾ ਚੌਧਰੀ ਉਹਨਾਂ ਨੂੰ ਘਰੋਂ ਸਿਖਾ ਕੇ ਤੁਰਿਆ। ਆਂਦਾ ਮਹਾਰਾਜ ਦੇ ਦਰਬਾਰ ਵਿੱਚ ਤੁਸਾਂ ਜਾਂਦਿਆਂ ਕੱਪੜੇ ਨਹੀਂ ਗੱਲ ਪਾਉਣੇ, ਆਪਣਾ ਨੰਗਾ ਢਿੱਡ ਮਹਾਰਾਜ ਨੂੰ ਮੱਥਾ ਟੇਕ ਕੇ ਕੁੱਟਣਾ ਸ਼ੁਰੂ ਕਰ ਦੇਣਾ ਹੈ। ਇਹ ਛੋਟੇ ਛੋਟੇ ਅਣਜਾਣੇ ਪੇੜ ਇਹਨਾਂ ਦੇ ਕੇਵਲ ਕਸ਼ੇ। ਇਹ ਚਲੇ ਗਏ 7ਵੇਂ ਪਾਤਸ਼ਾਹ ਦੇ ਸਾਹਮਣੇ, ਟੇਕਿਆ ਮੱਥਾ ਮਹਾਰਾਜ ਨੂੰ, ਔਰ ਇਹ ਬੱਚੇ ਆਪਣਾ ਢਿੱਡ ਮਹਾਰਾਜ ਦੇ ਸਾਹਮਣੇ ਕੁੱਟਣ ਲੱਗ ਪਏ। ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਹੱਸ ਕੇ ਕਾਲੇ ਚੌਧਰੀ ਨੂੰ ਪੁੱਛਿਆ, ਕਾਲਿਆ ਆ ਬੱਚੇ ਢਿੱਡ ਕਿਹੜੀ ਗੱਲੋਂ ਖੜਕਾਉਂਦੇ ਐ? ਰੋ ਪਿਆ ਕਾਲਾ ਚੌਧਰੀ। ਕਹਿੰਦਾ ਮਹਾਰਾਜ ਅਸੀਂ ਵਕਤ ਦੇ ਮਾਰੇ ਹੈ, ਇਹਨਾਂ ਬੱਚਿਆਂ ਦਾ ਢਿੱਡ ਰੋਟੀ ਮੰਗਦਾ ਤਾਂ ਰੋਂਦੇ ਨੇ। ਗੁਰੂ ਸਾਹਿਬ ਨੇ ਆਪਣੇ ਚਿਹਰੇ ਦੀਆਂ ਰਿਸ਼ਮਾਂ ਉਹਨਾਂ ਬੱਚਿਆਂ ਦੇ ਮੁਖੜੇ ਉੱਤੇ ਸੁੱਟੀਆਂ ਨੇ। ਹਜੂਰ ਬਚਨ ਕਰ ਦਿਓ ਕਾਲਿਆ, ਤੇਰੀ ਨਿਗਾਹ 'ਚ ਜਿਨ੍ਹਾਂ ਦਾ ਢਿੱਡ ਰੋਟੀ ਮੰਗਦਾ ਹੈ ਅਸੀਂ ਵਰਦਾਨ ਦਿੰਨੇ ਹਾਂ, ਇਹਨਾਂ ਦੇ ਲੰਗਰਾਂ ਵਿੱਚੋਂ ਲੱਖਾਂ ਦਾ ਢਿੱਡ ਭਰਿਆ ਕਰੇਗਾ, ਔਰ ਇਹਨਾਂ ਦੀ ਆਉਣ ਵਾਲੀ ਔਲਾਦ ਜਿਹੜੀ ਹੈ ਉਹ ਰਾਜ ਭਾਗ ਤੇ ਵੱਡੀਆਂ ਸਰਦਾਰੀਆਂ ਦੀ ਮਾਲਕ ਬਣੇਗੀ। ਗੁਰੂ ਕਿਰਪਾ ਦੇ ਘਰ ਵਿੱਚ ਆ ਕੇ ਜੇ ਵਰਦਾਨ ਦੇ ਤੇ ਉਹ ਪੱਥਰ ਤੇ ਲਕੀਰ ਸਾਬਤ ਹੁੰਦਾ ਹੈ। ਫੂਲ ਤੇ ਸੰਦਲੀ ਦੀ ਔਲਾਦ ਵਧੀ ਤੇ ਫੁੱਲੀ, ਬਹੁਤ ਵੱਡਾ ਸਰਦਾਰ ਘਰਾਣਾ ਜਿਨ੍ਹਾਂ ਨੂੰ ਸਿੱਧੂ ਸਰਦਾਰ ਆਖਿਆ ਜਾਂਦਾ ਹੈ। ਤੁਹਾਡੇ ਵਿੱਚ ਕੋਈ ਸਿੱਧੂ ਸਰਦਾਰ ਬੈਠਾ ਹੋਵੇ, ਗੌਰਵ ਕਰੋ, ਮਾਣ ਕਰੋ ਇਸ ਗੱਲ ਉੱਤੇ। ਤੁਹਾਡੇ ਵੱਡਿਆਂ ਨੂੰ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਸਰਦਾਰੀਆਂ ਦਾ ਰਾਜ ਭਾਗ ਦਾ ਵਰਦਾਨ ਦਿੱਤਾ ਹੈ। ਇਸ ਟੱਬਰ ਦੇ ਅੰਦਰ ਫੂਲ ਔਰ ਸੰਦਲੀ ਦਾ ਵੰਸ਼ ਹੈ। ਜਦੋਂ ਅੱਗੇ ਵਧਿਆ ਇੱਕ ਬਹੁਤ ਵੱਡਾ ਰਾਜਾ ਇਸ ਖਾਨਦਾਨ ਦੇ ਅੰਦਰ ਪੈਦਾ ਹੋਇਆ, ਜਿਨੇ ਇੱਕ ਪੱਟੀ ਤੇ ਕਬਜ਼ਾ ਕਰ ਲਿਆ। ਉਹ ਇੱਕ ਪੱਟੀ ਦਾ ਮਾਲਕ ਬਣਿਆ। ਲੋਕ ਉਹਨੂੰ ਪੱਟੀ ਵਾਲਾ ਰਾਜਾ ਕਹਿਣ ਲੱਗੇ। ਪੱਟੀ ਵਾਲੇ ਤੋਂ ਵਿਗੜ ਕੇ ਮੁੜ ਕੇ ਉਹ ਪਟਿਆਲੀਆ ਰਾਜਾ ਬਣਿਆ। ਉਸ ਰਾਜੇ ਦਾ ਨਾਮ ਸੀ ਬਾਬਾ ਆਲਾ ਸਿੰਘ, ਪਟਿਆਲੇ ਵਾਲਾ ਰਾਜਾ। ਬਾਬਾ ਆਲਾ ਸਿੰਘ ਤੋਂ ਅੱਗੇ ਰਾਜਾ ਅਮਰ ਸਿੰਘ ਹੋਇਆ, ਔਰ ਰਾਜਾ ਅਮਰ ਸਿੰਘ ਤੋਂ ਅੱਗੇ ਰਾਜਾ ਅਮਰ ਸਿੰਘ ਦਾ ਪੁੱਤਰ ਰਾਜਾ ਸਾਹਿਬ ਸਿੰਘ ਇਸ ਪਟਿਆਲੇ ਦੀ ਰਿਆਸਤ ਦਾ ਮਾਲਕ ਬਣਿਆ ਹੈ। ਜਿਸ ਸਾਹਿਬ ਕੌਰ ਦਾ ਮੈਂ ਜ਼ਿਕਰ ਕਰਦਾ ਹੈ, ਰਾਜਾ ਅਮਰ ਸਿੰਘ ਦੀ ਪੁੱਤਰੀ ਹੈ, ਰਾਜਾ ਸਾਹਿਬ ਸਿੰਘ ਦੀ ਇਹ ਵੱਡੀ ਭੈਣ ਲੱਗਦੀ ਹੈ। ਇਹਦਾ ਵਿਆਹ ਕੀਤਾ ਰਾਜਾ ਅਮਰ ਸਿੰਘ ਨੇ ਫਤਿਹਗੜ੍ਹ ਚੂੜੀਆਂ ਦੇ ਵੱਡੇ ਰਈਸ ਹੈ ਸਰਦਾਰ ਜੈਮਲ ਸਿੰਘ ਦੇ ਨਾਲ। ਵਕਤ ਲੰਘਦਾ ਗਿਆ। ਇਸ ਬੱਚੀ ਤੋਂ ਬਹੁਤ ਲੰਮਾ ਸਮਾਂ ਬਾਅਦ ਰਾਜਾ ਅਮਰ ਸਿੰਘ ਦੇ ਘਰ ਬੱਚੇ ਨੇ ਜਨਮ ਲਿਆ ਤੇ ਭੈਣ ਦੇ ਨਾਂ ਨਾਲ ਰਲਦਾ ਨਾਂ ਰਾਜੇ ਨੇ ਆਪਣੇ ਪੁੱਤਰ ਦਾ ਸਾਹਿਬ ਸਿੰਘ ਰੱਖਿਆ ਹੈ। ਵੇਖੋ ਰੰਗ ਕੁਦਰਤ ਦੇ, ਸ਼ਹਿਰ ਕਹਿੰਦਾ ਆਉਣ ਜਾਣ ਜਹਾਨ ਦੇ ਵਿੱਚ ਬਣਿਆ। ਬੰਦਾ ਵਾਂਗ ਮੁਸਾਫਰਾਂ ਉੱਠ ਜਾਂਦਾ, ਉਦੋਂ ਜੀਵ ਦੀ ਕੋਈ ਨਾ ਪੇਸ਼ ਜਾਏ। ਜਦੋਂ ਜੱਗ ਚੋਂ ਚੋਗ ਨਖੁੱਟ ਜਾਂਦਾ, ਸਾਇੰਸਦਾਨ ਵੀ ਮੁੜ ਨਾ ਜੋੜ ਸਕਣ। ਤਾਰਾ ਜ਼ਿੰਦਗੀ ਦਾ ਜਦੋਂ ਟੁੱਟ ਜਾਂਦਾ, ਬਾਜ ਮੌਤ ਦਾ ਪੈਂਦਾ ਜਰਨੈਲ ਸਿੰਘਾ ਘੁੱਗੀ ਵਾਂਗ ਮਰੋੜ ਕੇ ਸੁੱਟ ਜਾਂਦਾ। ਰਾਜਾ ਸਾਹਿਬ ਸਿੰਘ ਅਜੇ 7 ਸਾਲਾਂ ਦਾ ਸੀ। 7 ਸਾਲਾ ਬੱਚਾ, ਪਰ ਉਹਦਾ ਪਿਤਾ ਰਾਜਾ ਅਮਰ ਸਿੰਘ ਸਦਾ ਲਈ ਅੱਖਾਂ ਮੀਟ ਗਿਆ। ਮਿੱਤਰੋ, ਇਨਸਾਨ ਉਮਰ ਭੋਗ ਕੇ ਦੁਨੀਆ ਤੋਂ ਜਾਏ ਤੇ ਗੱਲ ਹੋਰ ਹੁੰਦੀ ਹੈ, ਪਰ ਬੱਚਾ ਹੋਵੇ 7 ਸਾਲਾਂ ਦਾ, ਪਿਓ ਦੀ ਮੌਤ ਹੋ ਜੇ, ਇਨਸਾਨ ਦਾ ਲੱਕ ਟੁੱਟ ਜਾਂਦਾ ਹੈ। ਜਦੋਂ ਪ੍ਰਤਾਪੀ ਬੰਦੇ ਜਹਾਨ ਤੋਂ ਚਲੇ ਜਾਂਦੇ ਐ, ਜਿਨ੍ਹਾਂ ਦੀ ਹੈਸੀਅਤ ਬੰਦੇ ਦੀ ਪੈਂਦ ਵੱਲ ਬਹਿਣ ਦੀ ਨਹੀਂ ਹੁੰਦੀ, ਉਹ ਪ੍ਰਤਾਪੀ ਮਨੁੱਖਾਂ ਦੇ ਤੁਰ ਜਾਣ ਤੋਂ ਬਾਅਦ ਮੁੜ ਕੇ ਸਰਾਣੇ ਮੱਲਣ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਐ। ਅਮਰ ਸਿੰਘ ਦੀ ਮੌਤ ਹੋ ਗਈ। ਪੁੱਤ ਉਹਦਾ 7 ਸਾਲਾਂ ਦਾ ਸੀ। ਅਮਰ ਸਿੰਘ ਦਾ ਅੰਤਮ ਸੰਸਕਾਰ ਕੀਤਾ ਗਿਆ, ਔਰ ਉਹਦੀ ਅੰਤਮ ਅਰਦਾਸ ਦੇ ਮੌਕੇ ਰਾਜਾ ਅਮਰ ਸਿੰਘ ਦੀ ਪੱਗ ਉਹਦੇ 7 ਸਾਲੇ ਪੁੱਤ ਦੇ ਸਿਰ ਉੱਤੇ ਵੱਜੀ ਹੈ। ਲੋਕ ਇਕੱਠੇ ਹੋਏ,
ਰਾਜਾ ਸਾਹਿਬ ਸਿੰਘ ਨਹੀਂ ਜਾਣਦਾ ਜ਼ਿੰਮੇਵਾਰੀਆਂ ਕੀ ਨੇ, ਰਾਜ ਭਾਗ ਕਿਸ ਤਰ੍ਹਾਂ ਚਲਾਏ ਜਾਂਦੇ ਐ। ਮਜਬੂਰੀ ਦੇ ਮਾਰਿਆਂ ਦੇ ਗਲ ਜਦੋਂ ਰੱਬ ਬਿਪਤਾ ਪਾਉਂਦਾ ਹੈ, ਫਿਰ ਉਸ ਬਿਪਤਾ ਨਾਲ ਇਨਸਾਨ ਨੂੰ ਹੰਡਣਾ ਪੈਂਦਾ ਹੈ। ਜੇ ਤੇ ਖਿੜੇ ਮੱਥੇ ਮੁਸੀਬਤ ਨਾਲ ਇਨਸਾਨ ਹੰਡ ਜਾਏ, ਉਹ ਸੋਨੇ ਵਰਗਾ ਕੁੰਦਨ ਬਣ ਕੇ ਚਮਕਦਾ ਹੈ। ਤੇ ਕਈ ਵਾਰ ਇਵੇਂ ਵੀ ਵਾਪਰਦਾ ਹੈ, ਹਾਲਾਤ ਪਲਟ ਜਾਂਦੇ ਆ ਤੇ ਆਪਣੇ ਪਰਾਏ ਹੋ ਜਾਂਦੇ ਆ। ਰਾਜਾ ਅਮਰ ਸਿੰਘ ਦੀ ਮੌਤ ਹੋ ਗਈ। 7 ਸਾਲ ਦਾ ਸਾਹਿਬ ਸਿੰਘ ਪਟਿਆਲਾ ਰਿਆਸਤ ਦੀ ਰਾਜ ਗੱਦੀ ਦਾ ਮਾਲਕ ਬਣਿਆ। ਯਾਦ ਰੱਖੋ, ਜਿਹੜੇ ਦਰਬਾਨ ਸਨ ਜਿਨ੍ਹਾਂ ਵਿੱਚ ਨਾਨੂ ਮੱਲ ਦਾ ਵਿਸ਼ੇਸ਼ ਜ਼ਿਕਰ ਹੈ ਸਾਡੇ ਇਤਿਹਾਸ ਨੇ ਕੀਤਾ ਹੈ, ਉਹ ਇੰਨਾ ਕੜਮਾ ਤੇ ਅਕਿਰਤ ਕਾਲ ਨਿਕਲਿਆ, ਉਹ ਇੰਨਾ ਲੂਣ ਹਰਾਮੀ ਨਿਕਲਿਆ। ਉਹਨੇ ਉੱਚੇ ਉੱਚੇ ਅਹੁਦਿਆਂ ਤੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਭਾਏ ਨੇ। ਅੰਦਰ ਖਾਤੇ ਉਹਨੇ ਸਲਾਹ ਕੀਤੀ ਵੀ ਰਾਜਾ ਨਿੱਕਾ ਹੈ, ਭੈਣੇ ਦੀ ਵਿਆਹੀ ਗਈ ਹੈ, ਉਹ ਸਹੁਰੇ ਘਰ ਬੈਠੀ ਹੈ, ਸਾਡਾ ਰਸਤਾ ਸਾਫ਼ ਹੈ, ਅਸੀਂ ਮਰਹਟਿਆ ਨਾ ਜਾ ਕੇ ਸੁਲਾਹ ਕਰੀਏ ਔਰ ਉਹ ਪਟਿਆਲੇ ਉੱਤੇ ਹਮਲਾ ਕਰ ਦੇਣਾ। ਇਸ ਰਾਜ ਭਾਗ ਦੇ ਮਾਲਕ ਮਰਹਟੇ ਬਣਨਗੇ, ਸਾਨੂੰ ਸਰਦਾਰੀ ਮਿਲੇਗੀ ਔਰ ਰਾਜਾ ਸਾਹਿਬ ਸਿੰਘ ਨੂੰ ਤੇ ਉਹਦੀ ਰਿਆਸਤ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ। ਵਕਤ ਖਾਲਸਾ ਜੀ ਜ਼ੋਰਾਵਰ ਹੁੰਦਾ ਹੈ। ਜਦੋਂ ਸਮਾਂ ਆਪਣਾ ਹੋਵੇ ਤੇ ਵੱਡੀਆਂ ਵੱਡੀਆਂ ਤਾਕਤਾਂ ਬੰਦੇ ਦਾ ਪਾਣੀ ਭਰਦੀਆਂ ਨੇ, ਪਰ ਜਦੋਂ ਵਕਤ ਪਲਟ ਜਾਏ ਫਿਰ ਆਪਣੇ ਬਗਾਨੇ ਹੁੰਦਿਆਂ ਦੇਰ ਨਹੀਂ ਲੱਗਦੇ। ਰਾਜਾ ਅਮਰ ਸਿੰਘ ਦੀ ਮੌਤ ਕੀ ਹੋ ਗਈ? ਰਾਜਾ ਸਾਹਿਬ ਸਿੰਘ ਲਈ ਆਪਣੀ ਦੁਨੀਆ ਪਲਾਂ ਵਿੱਚ ਵੀਰਾਨ ਤੇ ਪਰਾਈ ਇੰਜ ਹੋ ਚੁੱਕੀ ਹੈ ਜੀ। ਸੁੱਖਾਂ ਦੇ ਜਰ ਬਥੇਰੇ, ਦੁੱਖਾਂ ਵਿੱਚ ਕੋਈ ਨਾ, ਵਿਪਤਾ ਵਿੱਚ ਤੇਰਿਆਂ ਦੀ ਕੋਈ ਸੁਣਦਾ ਰਜੋਈ ਨਾ, ਵਿਪਤਾ ਵਿੱਚ ਤੇਰਿਆਂ ਦੀ ਕੋਈ ਢਿੱਲਾ ਕੋਈ ਦਰਦ ਵੰਡਾਵੇ, ਦਾਨੇ ਸੱਚ ਕਹਿੰਦੇ ਨੇ, ਆਪਣੇ ਵੀ ਔਖੀ ਵੇਲੇ ਪਾਸਾ ਵੱਟ ਲੈਂਦੇ ਨੇ, ਆਪਣੇ ਵੀ ਔਖੀ ਵੇਲੇ। ਚੁੱਲ੍ਹੇ ਵਿੱਚ ਧੂਆਂ ਧੁਖਦਾ ਉਦੋਂ ਸਭ ਨਾਲ ਜੋ ਜੋੜ ਕੇ ਗੋਡਾ ਬਹਿੰਦੇ, ਪਿਆਲੀ ਦੇ ਪਿਆਲ ਜੋ ਜੋੜ ਕੇ ਗੋਡਾ ਬਹਿੰਦੇ। ਯਾਰਾਂ ਦੀ ਪਰਖ ਹੋਵਾਂਦੀ ਪੰਜੇ ਜਦ ਪੈਂਦੇ ਨੇ, ਆਪਣੇ ਵੀ ਔਖੀ ਵੇਲੇ ਪਾਸਾ ਵੱਟ ਲੈਂਦੇ ਨੇ, ਆਪਣੇ ਵੀ ਔਖੀ ਵੇਲੇ। ਸਮੇਂ ਦਾ ਗੇੜ ਜਾਏ ਜਦ, ਸਮੇਂ ਦਾ ਗੇੜ ਜਾਏ ਜਦ, ਕਹਿਰ ਗੁਜ਼ਾਰ ਜੀ, ਪਤੀ ਨੂੰ ਜ਼ਹਿਰ ਖਵਾਉਂਦੀ ਹੱਥੀ ਫਿਰਨਾਰ ਜੀ, ਪਤੀ ਨੂੰ ਜ਼ਹਿਰ ਖਵਾਵੇ। ਹੁਣ ਹਰਾਮੀ ਹੋ ਕੇ ਧੜੇ ਬਣ ਲੈਂਦੇ ਨੇ, ਆਪਣੇ ਵੀ ਔਖੀ ਵੇਲੇ ਪਾਸਾ ਵੱਟ ਲੈਂਦੇ ਨੇ, ਆਪਣੇ ਵੀ ਔਖੀ ਵੇਲੇ। ਉਹ ਬਾਕੀ ਪੁੱਤ ਧੀਆਂ ਪੁੱਟਦੇ ਬਾਪ ਦੀ ਦਾੜੀ ਜੀ, ਆਪਸ ਵਿੱਚ ਬਾਲੀ ਹੁੰਦੀ ਈਰਖਾ ਮਾੜੀ ਜੀ, ਆਪਸ ਵਿੱਚ ਬਾਲੀ ਹੁੰਦੀ। ਆਪਾਂ ਹੀ ਫੂਕ ਗਵਾਉਂਦੇ, ਆਪਾਂ ਹੀ ਫੂਕ ਗਵਾਉਂਦੇ, ਬਾਸ ਜਦ ਖੈਂਦੇ ਨੇ, ਆਪਣੇ ਵੀ ਔਖੀ ਵੇਲੇ ਪਾਸਾ ਵੱਟ ਲੈਂਦੇ ਨੇ, ਆਪਣੇ ਵੀ ਔਖੀ ਵੇਲੇ। ਉਹ ਸਮੇਂ ਦਾ ਗੇੜ ਖਸੂਤਾ ਘੁੰਮਦਾ ਜਦ ਬਾਲਾ ਹੈ, ਪਲ ਦੇ ਵਿੱਚ ਵੈਰੀ ਬਣਦਾ ਆਲਾ ਦੁਆਲਾ ਹੈ, ਪਲ ਦੇ ਵਿੱਚ ਦੁਸ਼ਮਣ ਬਣਦਾ। ਲਾਲਚ ਦਾ ਰਸੇ ਧੋਖਾ ਕਰਕੇ ਹੀ ਰਹਿੰਦੇ ਨੇ, ਆਪਣੇ ਵੀ ਔਖੀ ਵੇਲੇ ਪਾਸਾ ਵੱਟ ਲੈਂਦੇ ਨੇ, ਆਪਣੇ ਵੀ ਔਖੀ ਵੇਲੇ। ਜਦ ਵੀ ਪ੍ਰਤਾਪੀ ਬੰਦੇ ਜਗ ਤੋਂ ਤੁਰ ਜਾਂਦੇ ਨੇ, ਮਾਰਨ ਲਈ ਦਾ ਵਿਰੋਧੀ ਮੌਕਾ ਤਕਾਂਦੇ ਨੇ, ਮਾਰਨ ਲਈ ਦਾ ਵਿਰੋਧੀ। ਭਾਈਆਂ ਦੇ ਰਸਤੇ ਮਲ ਮਲ, ਭਾਈਆਂ ਦੇ ਰਸਤੇ ਮਲ ਮਲ ਭਾਈ ਹੀ ਪੈਂਦੇ ਨੇ, ਆਪਣੇ ਵੀ ਔਖੀ ਵੇਲੇ ਪਾਸਾ ਵੱਟ ਲੈਂਦੇ ਨੇ, ਆਪਣੇ ਵੀ ਔਖੀ ਵੇਲੇ। ਰਾਜਿਆਂ ਦੇ ਵਫਾਦਾਰ ਨਾ ਰਹਿੰਦੇ ਵਜ਼ੀਰ ਨੇ, ਰਲ ਜਾਂਦੇ ਨਾਲ ਬੇਗਾਨਿਆਂ ਲੱਭੀ ਅਖੀਰ ਨੇ, ਰਾਜਿਆਂ ਦੇ ਵਫਾਦਾਰ ਨਾ ਰਹਿੰਦੇ ਵਜ਼ੀਰ ਨੇ, ਰਲ ਜਾਂਦੇ ਨਾਲ ਬੇਗਾਨਿਆਂ ਲੱਭੀ ਅਖੀਰ ਨੇ, ਰਲ ਜਾਂਦੇ ਨਾਲ ਬੇਗਾਨਿਆਂ
ਲੰਕਾ ਦੇ ਢਹਿੰਦੇ ਨੇ ਆਪਣੇ ਵੀ ਔਖੀ ਵੇਲੇ ਪਾਸਾ ਵੱਟ ਲੈਂਦੇ ਨੇ ਆਪਣੇ ਵੀ ਔਖੀ ਵੇਲੇ ਕੁਦਰਤ ਤੇਰੀ ਮਾਲਕਾ ਬੜੇ ਨਿਆਰੇ ਰੰਗ ਭੀਖ ਮਗਾ ਦੇ ਬਾਦਸ਼ਾਹਾਂ ਤੇ ਤਖਤ ਬਿਠਾ ਦੇ ਨੰਗ ਸਮਾਂ ਬਲਵਾਨ ਹੁੰਦਾ ਹੈ ਸਮਾਂ ਸ਼ਕਤੀਸ਼ਾਲੀ ਹੁੰਦਾ ਹੈ ਸਮਾਂ ਜ਼ੋਰਾਵਰ ਹੁੰਦਾ ਹੈ ਸਮਾਂ ਇਨਸਾਨ ਦੇ ਹੱਕ ਵਿੱਚ ਭੁਗਤ ਜਾਏ ਤੇ ਕਮਜ਼ੋਰ ਬੰਦਾ ਸ਼ਕਤੀਸ਼ਾਲੀ ਬਣ ਜਾਂਦਾ ਹੈ ਔਰ ਸਮੇਂ ਦਾ ਵਹਿਣ ਉਲਟਾ ਵਹਿ ਤੁਰੇ ਤੇ ਵੱਡੀਆਂ ਵੱਡੀਆਂ ਸ਼ਕਤੀਆਂ ਗਰਕਦੀਆਂ ਸਮਾਂ ਨਹੀਂ ਲੱਗਦਾ। ਰਾਜਾ ਅਮਰ ਸਿੰਘ ਦੀ ਮੌਤ ਨੇ 7 ਸਾਲੇ ਸਾਹਿਬ ਸਿੰਘ ਦਾ ਲੱਕ ਤੋੜ ਕੇ ਰੱਖ ਦਿੱਤਾ। ਰਾਜ ਗੱਦੀ ਦਾ ਵਾਰਸ ਸੀ ਤੇ ਬਾਪ ਦੀ ਪੱਗ ਉਹਦੇ ਸਿਰ ਉੱਤੇ ਬੱਝੀ। ਉਹਨੇ ਆਪਣੇ ਖਾਸਮ ਖਾਸ ਦਰਬਾਨ ਵਜ਼ੀਰ ਨਾਨੂ ਮਲ ਨੂੰ ਹਦਾਇਤਾਂ ਕੀਤੀਆਂ ਵੀ ਉਹ ਵਫਾ ਕਰੇ ਇਸ ਰਾਜ ਗੱਦੀ ਦੇ ਨਾਲ, ਪਟਿਆਲੇ ਦੀ ਰਿਆਸਤ ਨਾਲ, ਪੰਜਾਬ ਦੇ ਨਾਲ। ਪਰ ਯਾਦ ਰੱਖੋ ਜਿਹੜੇ ਬੰਦਿਆਂ ਕੋਲੇ ਸ਼ਕਤੀ ਹੁੰਦੀ ਆ ਨਾ, ਜਦੋਂ ਉਹਨਾਂ ਨੂੰ ਇੰਜ ਮਹਿਸੂਸ ਹੋਣ ਲੱਗ ਜਾਂਦਾ ਹੈ ਵੀ ਜਿਹੜਾ ਸਾਡਾ ਲੀਡਰ ਹੈ, ਜਿਹੜਾ ਸਾਡਾ ਕਮਾਂਡਰ ਹੈ, ਜਿਹੜਾ ਸਾਡਾ ਆਗੂ ਹੈ, ਜਿਹੜਾ ਸਾਡਾ ਰਾਜਾ ਹੈ, ਜਿਹੜਾ ਸਾਡਾ ਮਾਲਕ ਹੈ, ਵੀ ਇਹ ਤੇ ਨਿਆਣਾ ਹੈ, ਇਹ ਨਹੀਂ ਨਫੇ ਨੁਕਸਾਨ ਬਾਰੇ ਸਮਝ ਰੱਖਦਾ। ਉਹ ਫਿਰ ਚੰਮਦੀਆਂ ਚਲਾਉਣ ਲੱਗ ਪੈਂਦੇ ਆ। ਨਾਨੂ ਮੱਲ ਵਜ਼ੀਰ ਨੇ ਵੀ ਇਸ ਤਰ੍ਹਾਂ ਕੀਤਾ। ਰਾਜਾ ਸਾਹਿਬ ਸਿੰਘ ਕੱਲਾ ਨਾਂ ਦਾ ਰਾਜਾ ਰਹਿ ਗਿਆ। ਰਬੜ ਦੀ ਮੋਹਰ ਬਣਾ ਕੇ ਨਾਨੂ ਮੱਲ ਨੂੰ ਵਰਤਣ ਲੱਗਾ। ਉਹਨੇ ਧੋਖਾ ਇੱਥੋਂ ਤੱਕ ਕੀਤਾ, ਦਿੱਲੀ ਪਤ ਮਰਹੱਟੇ ਸਨ, ਮਰਹੱਟਿਆਂ ਦਾ ਦਿੱਲੀ ਚ ਉਦੋਂ ਰਾਜ ਸੀ ਜਦੋਂ ਦਾ ਮੈਂ ਵਾਕਿਆ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਇਹਨਾਂ ਨੇ ਜਾ ਕੇ ਮਰਹੱਟਿਆਂ ਨੂੰ ਹੱਥ ਮਿਲਾਇਆ। ਆਂਦੇ ਪਟਿਆਲੇ ਦਾ ਰਾਜਾ ਨਿਆਣਾ ਹੈ ਤੇ ਵੱਡਾ ਰਾਜਾ ਅਮਰ ਸਿੰਘ ਚੱਲ ਵਸਿਆ ਹੈ। ਉਹ ਆਂਦੇ ਵੀ ਸਾਡੇ ਕੋਲੇ ਕੀ ਲੈਣ ਆਏ ਹੋ? ਇਹ ਆਂਦੇ ਵੀ ਅਸੀਂ ਤੁਹਾਨੂੰ ਬੇਨਤੀ ਕਰਦੇ ਆ, ਪਟਿਆਲੇ ਤੇ ਧਾਵਾ ਬੋਲ ਦਿਓ, ਪਟਿਆਲੇ ਦੇ ਮਾਲਕ ਬਣੋ, ਮੁੜ ਕੇ ਪੰਜਾਬ ਤੱਕ ਤੁਹਾਡਾ ਰਾਜ ਹੋ ਜਾਏਗਾ। ਜੇ ਪਟਿਆਲਾ ਮਾਰ ਲਿਆ ਪੰਜਾਬ ਵਿੱਚ ਤੁਹਾਡਾ ਕੋਈ ਰਸਤਾ ਨਹੀਂ ਰੋਕੇਗਾ। ਪਟਿਆਲੇ ਦਾ ਰਾਜਾ ਬੜਾ ਕਮਜ਼ੋਰ ਨਿਆਣਾ ਰਾਜਾ ਹੈ, ਉਹਦੇ ਤੇ ਹਮਲਾ ਕਰੋਗੇ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਤੁਹਾਡੀ ਜਿੱਤ ਹੋਏਗੀ। ਰਾਜਾ ਸਾਹਿਬ ਸਿੰਘ ਨੂੰ ਜਦੋਂ ਪਤਾ ਲੱਗਾ ਮੇਰੇ ਆਪਣੇ ਬਗਾਨੇ ਹੋ ਚੁੱਕੇ ਨੇ, ਆਪਣਿਆਂ ਦੇ ਰੂਪ ਅੰਦਰ ਜਦੋਂ ਦੁਸ਼ਮਣ ਤੱਕਦਾ ਉਹਨਾਂ ਨੁਕਸਾਨ, ਯਾਦ ਰੱਖੋ ਨੂੰ ਧਰਤੀ ਵੇਲ ਨਹੀਂ ਦਿੰਦੇ। ਰਾਜਾ ਸਾਹਿਬ ਸਿੰਘ ਉਹ ਕਿਆਸ ਰਾਈਆਂ ਲਾ ਰਿਹਾ ਹੈ, ਇਹ ਮੇਰੇ ਨਾਲ ਵਫਾ ਨਹੀਂ ਕਰ ਰਹੇ, ਧੋਖਾ ਕਰ ਰਹੇ ਨੇ, ਚੰਗੀ ਸਲਾਹ ਨਹੀਂ ਦਿੰਦੇ, ਇਹਨਾਂ ਦੀ ਨੀਤ ਵਿੱਚ ਖੋਟ ਹੈ। ਜਦੋਂ ਮਾਸੂਮ ਰਾਜਾ ਸਾਹਿਬ ਸਿੰਘ ਨੇ ਦਰਬਾਨਾਂ ਤੇ ਸਖਤੀ ਕੀਤੀ, ਇਤਿਹਾਸ ਕਹਿੰਦਾ ਪਿਓ ਦੇ ਦਰਬਾਨ ਬਾਗੀ ਹੋ ਕੇ ਸ਼ਰੇਆਮ ਇਹ ਦਾਵਾ ਕਰਨ ਲੱਗੇ ਵੀ ਚੰਦ ਦਿਨ ਰੁਕ ਜਾ ਰਾਜਾ ਸਾਹਿਬ ਸਿੰਘ, ਇੱਥੇ ਤੇਰਾ ਰਾਜ ਨਹੀਂ ਰਹੇਗਾ, ਮਰਹੱਟੇ ਪਟਿਆਲੇ ਦੇ ਔਰ ਪੰਜਾਬ ਦੇ ਮਾਲਕ ਬਣਨਗੇ। ਜਦੋਂ ਪੰਜਾਬ ਦੀ ਗੁਲਾਮੀ ਦੀ ਗੱਲ ਆਉਂਦੀ ਹੈ, ਜਦੋਂ ਪੰਜਾਬ ਦਾ ਸਵੈਮਾਨ ਖਤਰੇ ਵਿੱਚ ਪੈ ਜਾਂਦਾ ਹੈ ਤੇ ਜਿਹੜੇ ਪੰਜਾਬ ਦੀ ਮਿੱਟੀ ਨੇ ਗੈਰਤਮੰਦ ਤੇ ਅਖਲਾਕੀ ਲੋਕ ਪੈਦਾ ਕੀਤੇ ਹਨ, ਉਹ ਫਿਰ ਆਪੇ ਤੋਂ ਬਾਹਰ ਹੋ ਜਾਂਦੇ ਆ। ਉਹ ਕੁਰਬਾਨੀ ਦਾ ਰਸਤਾ ਅਖਤਿਆਰ ਕਰਦੇ ਆ। ਉਹਨਾਂ ਲਈ ਸੌਦਾ ਬਿਲਕੁਲ ਬਰਾਬਰ ਹੁੰਦਾ ਹੈ, ਭਾਵੇਂ ਮਰਨਾ ਪਏ ਜਾਂ ਮਾਰਨਾ ਪਏ। ਅਸੀਂ ਆਪਣੀ ਮਿੱਟੀ ਨੂੰ ਤੇ ਆਪਣੀ ਮਿੱਟੀ ਦੇ ਲੋਕਾਂ ਨੂੰ ਕਦੇ ਗੁਲਾਮ ਨਹੀਂ ਵੇਖ ਸਕਦੇ। ਰਾਜੇ ਵਿੱਚ ਜਜ਼ਬਾ ਪ੍ਰਚੰਡ ਹੈ ਪਰ ਉਮਰ ਨਿੱਕੀ ਸੀ। ਜਦੋਂ ਕੋਈ ਵਾਹ ਪੇਸ਼ ਨਾ ਗਈ, ਕੋਈ ਵੀ ਹਮਦਰਦ ਬਣ ਕੇ ਨਿੱਗਰ ਧਿਰ ਵਜੋਂ ਇਹਦੀ ਮਦਦ ਤੇ ਨਾ ਉਤਰਿਆ, ਸੋਚਾਂ ਦੇ ਸਾਗਰ ਵਿੱਚ ਡੁੱਬਿਆ ਹੋਇਆ ਰਾਜਾ ਸਾਹਿਬ ਸਿੰਘ ਸੋਚਦਾ ਹੁਣ ਕੀਤਾ ਜਾਏ ਤਾਂ ਕੀ ਕੀਤਾ ਜਾਏ। ਇਹਦੀ ਆਤਮਾ ਨੇ ਆਵਾਜ਼ ਦਿੱਤੀ, ਉਹ ਸਾਹਿਬ ਸਿੰਘ ਕੱਲ ਨੂੰ ਰਿਆਸਤ ਦਾ ਨੁਕਸਾਨ ਹੋ ਗਿਆ ਤੇ ਤੈਨੂੰ ਆਪਣੇ ਵੱਡਿਆਂ ਨੂੰ ਜਵਾਬ ਦੇਣਾ ਔਖਾ ਹੋ ਜਾਏਗਾ। ਇੱਕ ਵਾਰ ਆਪਣੀ ਵੱਡੀ ਭੈਣ ਰਾਣੀ ਸਾਹਿਬ ਕੌਰ ਨੂੰ ਚਿੱਠੀ ਲਿਖ ਕੇ ਹਾਲਾਤਾਂ ਤੋਂ ਜਾਣੂ ਕਰਵਾ ਦੇ। ਸਰਦਾਰ ਜੈਮਲ ਸਿੰਘ ਫਤਿਹਗੜ੍ਹੀਏ ਦੀ ਤਾਕਤ ਵੀ ਬਹੁਤ ਵੱਡੀ ਹੈ, ਜੇ ਤੂੰ ਕੱਲਾ ਨਹੀਂ ਲੜ ਸਕਦਾ, ਕੱਲਾ ਕੱਲਾ ਹੁੰਦਾ ਤੇ 2-11 ਬਣ ਜਾਂਦੇ ਐ। ਅਸੀਂ 2 ਤਾਕਤਾਂ ਰਲ ਕੇ ਮਰਹੱਟਿਆਂ ਨਾਲ ਟੱਕਰ ਲਵਾਂਗੇ ਔਰ ਆਖਰੀ ਸਾਹ ਤੱਕ ਲੜਾਂਗੇ। ਜਿੰਨਾ ਚਿਰ ਜਿਉਂਦੇ ਅਸੀਂ ਬਗਾਨਿਆਂ ਨੂੰ ਪੰਜਾਬ ਦੀ ਧਰਤੀ ਉੱਤੇ ਪੈਰ ਨਹੀਂ ਰੱਖਣ ਦੇਣਾ। ਇਹ ਠਾਣ ਕੇ ਰਾਜਾ ਸਾਹਿਬ ਸਿੰਘ ਨੇ ਲਿਆ ਹੈ ਕੋਰਾ ਕਾਗਜ਼
ਚੁੱਕੀ ਹੈ ਕਲਮ, ਉਹ ਆਪਣੇ ਦਿਲ ਦੀਆਂ ਸਦਰਾਂ ਨੂੰ ਦੇ ਕੇ ਸ਼ਬਦਾਂ ਦਾ ਰੂਪ, ਪਟਿਆਲੇ ਦੀ ਬਰਬਾਦੀ ਦੀ ਦਾਸਤਾਨ ਉੱਕਰ ਕੇ ਕਾਗਜ਼ ਦੀ ਹਿੱਕ ਉੱਤੇ ਉਹ ਚਿੱਠੀ ਆਪਣੀ ਸਕੀ ਭੈਣ ਰਾਣੀ ਸਾਹਿਬ ਕੌਰ ਵੱਲ ਨੂੰ ਫਤਿਹਗੜ੍ਹ ਭੇਜਦਾ ਹੈ। ਰਾਣੀ ਸਾਹਿਬ ਕੌਰ ਨੇ ਭਰਾ ਦੀ ਚਿੱਠੀ ਖੋਲ ਕੇ ਵੇਖੀ, ਉਹ ਸੋਚਦੀ ਸੀ ਸੁੱਖ ਸਾਂਦ ਦਾ ਸੱਦਾ ਪੱਤਰ ਪਟਿਆਲੇ ਤੋਂ ਆਇਆ ਹੋਏਗਾ, ਪਰ ਨਹੀਂ ਜਾਣਦੀ ਕਾਗਜ਼ ਖੋਲਦੀ ਰਾਣੀ ਸਾਹਿਬ ਕੌਰ ਵੀ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ, ਬੜਾ ਕੁਝ ਬਦਲ ਚੁੱਕਾ ਹੈ। ਸਾਡੇ ਆਪਣੇ ਹੀ ਸਾਡੀ ਜ਼ਿੰਦਗੀ ਦੇ ਮੰਗਰ ਹੱਥ ਧੋ ਕੇ ਪੈ ਗਏ ਨੇ। ਰਾਣੀ ਸਾਹਿਬ ਕੌਰ, ਜਦੋਂ ਮੈਂ ਉਹਦਾ ਜੀਵਨ ਪੜ੍ਹਦਾ ਹਾਂ ਮੈਨੂੰ ਉਹ ਪੁਕਾਰ ਦੀ ਮੂਰਤ ਨਜ਼ਰ ਆਉਂਦੀ ਹੈ। 5 ਬਾਣੀਆਂ ਪੜਨ ਵਾਲੇ, ਮਰਦਾਵਾਂ ਲਿਬਾਸ ਪਹਿਨਣ ਵਾਲੇ, ਸਿਰ ਤੇ ਗੋਲ ਪੱਗ ਬੰਨਣ ਵਾਲੇ, ਉਤੋਂ ਦੀ ਚੱਕਰ ਪਾਉਣ ਵਾਲੀ ਦੇਵੇ, ਢਾਕ ਤੇ ਸ਼ਮਸ਼ੀਰ ਖੰਡੇ ਦੀ ਪੌਲ ਲਈ ਸੀ ਰਾਣੀ ਸਾਹਿਬ ਕੌਰ ਨੇ। ਮੈਂ ਪੜ੍ਹ ਰਿਹਾ ਸਾਂ ਉਹਦਾ ਇਤਿਹਾਸ, ਲਿਖਿਆ ਸੀ ਵੀ ਵਿਆਹ ਤੋਂ ਕਰੀਬ 27 ਸਾਲ ਮਗਰੋਂ ਰਾਣੀ ਸਾਹਿਬ ਕੌਰ ਦੇ ਘਰ ਵਿੱਚ ਇੱਕ ਬੱਚੀ ਨੇ ਜਨਮ ਲਿਆ। ਜਿਹੜੀ ਔਲਾਦ ਹੁੰਦੀ ਹੈ ਨਾ, ਇਹ ਰੱਬ ਦੀ ਨਿਆਮਤ ਹੁੰਦੀ ਹੈ, ਤੇ ਜੇ ਔਲਾਦ ਨੂੰ ਪਰਮੇਸ਼ਰ ਜ਼ਿੰਦਗੀ ਦੇ ਤੇ ਬੰਦੇ ਦਾ ਜੀਵਨ ਸਵਰਗ ਵਰਗਾ ਗੁਜ਼ਰਦਾ ਹੈ। ਅਗਰ ਜੰਮਦੇ ਧੀਆਂ ਪੁੱਤਰ ਮਰ ਜਾਣ ਤੇ ਮਾਪਿਆਂ ਦਾ ਜੀਣਾ ਬਤਰ ਹੋ ਜਾਂਦਾ ਸੰਸਾਰ ਉੱਤੇ। ਰਾਣੀ ਸਾਹਿਬ ਕੌਰ ਦੇ ਘਰ ਧੀ ਨੇ ਜਨਮ ਲਿਆ ਤੇ ਪਰ ਉਹ ਬੱਚੀ ਦੀ ਮੌਤ ਹੋ ਗਈ। ਟੁੱਟ ਗਈ ਸੀ ਰਾਣੀ ਸਾਹਿਬ ਕੌਰ ਆਤਮਿਕ ਤੌਰ ਉੱਤੇ। ਇਹ ਹਵਾਲਾ ਤਾਂ ਦੇਣ ਲੱਗਾ ਹੈ ਤਾਂ ਕਿ ਤੁਹਾਡੇ ਗਿਆਤ ਲਈ ਤੁਹਾਨੂੰ ਪਤਾ ਲੱਗ ਸਕੇ ਕਿ ਕਿੱਡੇ ਵੱਡੇ ਵੱਡੇ ਪਰਉਪਕਾਰ ਸੌ ਬਿਰਤੀ ਵਾਲੇ ਲੋਕਾਂ ਨੇ ਇਤਿਹਾਸ ਦੇ ਅੰਦਰ ਕੀਤੇ ਨੇ। ਜਦੋਂ ਆਪਦੀ ਧੀ ਦੀ ਮੌਤ ਹੋ ਗਈ ਨਾ, ਰਾਣੀ ਉਦਾਸ ਰਹਿਣ ਲੱਗੀ। ਇਹਨੇ ਇੱਕ ਦਿਨ ਸਰਦਾਰ ਜੈਮਲ ਸਿੰਘ ਨੂੰ ਆਖਿਆ, ਸਰਦਾਰ ਜੀ ਆਪਾਂ ਵੱਡੇ ਰੁਤਬੇ ਦੇ ਮਾਲਕ, ਵੱਡੀ ਜਗੀਰ ਹੈ ਆਪਣੇ ਕੋਲੇ, ਪਰ ਇਸ ਜਗੀਰ ਦਾ ਵਾਰਸ ਕੋਈ ਨਹੀਂ। ਮੈਨੂੰ ਰੱਬ ਨੇ ਧੀ ਦਿੱਤੀ ਤੇ ਉਹਦੀ ਵੀ ਮੌਤ ਹੋ ਗਈ। ਔਲਾਦ ਤੋਂ ਬਿਨਾਂ ਸਰਦਾਰ ਸਾਹਿਬ ਗੁਜ਼ਾਰਾ ਨਹੀਂ। ਧੀਆਂ ਪੁੱਤ ਮਨੁੱਖੀ ਜ਼ਿੰਦਗੀ ਦਾ ਆਧਾਰ ਤੇ ਵੱਡਾ ਆਸਰਾ ਹੁੰਦੇ ਨੇ। ਸਰਦਾਰ ਜੈਮਲ ਸਿੰਘ ਨੇ ਆਖਿਆ, ਰਾਣੀ ਇਹ ਕੁਦਰਤ ਦਾ ਦਸਤੂਰ ਹੈ, ਉਹਨੇ ਔਲਾਦ ਦਿੱਤੀ, ਸੰਤਾਨ ਖੋਲੀ, ਮੈਂ ਕੀ ਕਰ ਸਕਦਾ ਹੈ। ਜੇ ਆਪਣੇ ਘਰ ਔਲਾਦ ਨਹੀਂ ਤੇ ਆਪਾਂ ਨੂੰ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ। ਯਾਦ ਰੱਖੋ, ਸ਼ਾਇਦ ਔਲਾਦ ਨਾ ਹੋਵੇ ਮਨੁੱਖ ਗੁਜ਼ਾਰਾ ਕਰ ਸਕਦਾ, ਪਰ ਔਰਤ ਦਾ ਗੁਜ਼ਾਰਾ ਨਹੀਂ ਹੋ ਸਕਦਾ, ਕਿਉਂਕਿ ਔਰਤ ਮਮਤਾ ਦੀ ਮੂਰਤ ਹੈ। ਰਾਣੀ ਸਾਹਿਬ ਕੌਰ ਨੇ ਆਖਿਆ, ਸਰਦਾਰ ਜੀ ਮੈਂ ਔਲਾਦ ਖਿਡਾਉਣਾ ਚਾਹੁੰਦੀ ਹੈ। ਉਹਨੇ ਆਖਿਆ, ਮੇਰੇ ਕੋਲੇ ਕੋਈ ਰਸਤਾ ਨਹੀਂ। ਸਾਹਿਬ ਕੌਰ ਨੇ ਆਖਿਆ, ਸਰਦਾਰ ਸਾਹਿਬ ਮੇਰੇ ਕੋਲੇ ਰਸਤਾ ਹੈ। ਇਤਿਹਾਸ ਦੱਸਦਾ ਹੈ ਰਾਣੀ ਸਾਹਿਬ ਕੌਰ ਨੇ ਆਪਣੇ ਸਿਰ ਦੇ ਸਾਈਂ ਸਰਦਾਰ ਜੈਮਲ ਸਿੰਘ ਦਾ ਆਪਣੇ ਹੱਥੀਂ ਦੂਜਾ ਵਿਆਹ ਕਰ ਦਿੱਤਾ। ਔਰਤ ਜਦੋਂ ਵਿਆਹੀ ਜਾਂਦੀ ਹੈ ਨਾ, ਉਹ ਆਪਣੀ ਸੌਂਕਣ ਦੇ ਰੂਪ ਵਿੱਚ ਆਪਣੀ ਛੱਤ ਥੱਲੇ ਦੂਜੀ ਔਰਤ ਨੂੰ ਪ੍ਰਵਾਨ ਨਹੀਂ ਕਰ ਸਕਦੀ। ਪਰ ਜਿੱਥੇ ਅਪਕਾਰ ਦੀ ਗੱਲ ਹੈ, ਜਿੱਥੇ ਸਿਦਕ ਵਾਲਿਆਂ ਦੀ ਦੁਨੀਆ ਦੀ ਗੱਲ ਹੈ, ਰਾਣੀ ਸਾਹਿਬ ਕੌਰ ਨੇ ਆਪਣੇ ਪਤੀ ਦਾ ਦੂਜਾ ਵਿਆਹ ਆਪਣੇ ਹੱਥੀਂ ਕੀਤਾ। ਅੰਦਾਜ਼ਾ ਲਾ ਲਓ ਕਿ ਉਹਦਾ ਸਿਦਕ ਕਿੰਨਾ ਉੱਚਾ ਸੁੱਚਾ ਤੇ ਪਵਿੱਤਰ ਹੈ। ਕਹਿੰਦੇ ਸਰਦਾਰ ਜੈਮਲ ਸਿੰਘ ਦੇ ਘਰ ਦੂਜੇ ਵਿਆਹ ਵਿੱਚੋਂ ਇੱਕ ਕੰਨਿਆ ਨੇ ਜਨਮ ਲਿਆ। ਉਹ ਬੱਚੀ ਇੰਨੀ ਖੂਬਸੂਰਤ ਸੀ, ਜਿਹੜਾ ਵੀ ਦਰਸ਼ਨ ਕਰਦਾ ਹੈ ਉਹ ਆਪਣੀ ਜ਼ੁਬਾਨ ਤੋਂ ਕਹਿੰਦਾ ਸੀ, ਉਹ ਜੈਮਲ ਸਿੰਘਾ ਤੈਨੂੰ ਵਧਾਈਆਂ ਹੋਣ, ਤੇਰੇ ਘਰ ਚੰਦ ਦੇ ਟੋਟੇ ਨੇ ਜਨਮ ਲਿਆ। ਔਰ ਸਰਦਾਰ ਜੈਮਲ ਸਿੰਘ ਨੇ ਆਪਣੀ ਪੁੱਤਰੀ ਦਾ ਨਾਂ ਉਹਦੀ ਖੂਬਸੂਰਤੀ ਵੇਖ ਕੇ ਚੰਦ ਕੌਰ ਰੱਖ ਦਿੱਤਾ। ਇਹ ਚੰਦ ਕੌਰ ਜਦੋਂ ਵੱਡੀ ਹੋਈ ਨਾ, ਇਹ ਮਹਾਰਾਜਾ ਖੜਕ ਸਿੰਘ ਨਾਲ ਵਿਆਹੀ ਗਈ। ਮਹਾਰਾਜਾ ਖੜਕ ਸਿੰਘ ਸਾਹਿਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਪੁੱਤਰ ਸੀ। ਇਹ ਚੰਦ ਕੌਰ ਉਹ ਹੈ ਜਿਨੇ ਕੰਵਰ ਨੌ ਨਿਹਾਲ ਨੂੰ ਜਨਮ ਦਿੱਤਾ, ਜਿਹਨੂੰ ਛੱਜੇ ਦੇ ਥੱਲੇ ਦੇ ਕੇ ਮੁੜ ਕੇ ਧਿਆਨ ਸਿੰਘ ਡੋਗਰੇ ਨੇ ਮੌਤ ਦੇ ਘਾਟ ਉਤਾਰਿਆ ਸੀ। ਜੈਮਲ ਸਿੰਘ ਦੇ ਘਰ ਮੁੜ ਕੇ ਤੋਂ ਬਾਅਦ ਇੱਕ ਪੁੱਤਰ ਨੇ ਜਨਮ ਲਿਆ, ਉਹਦਾ ਨਾਂ ਰੱਖਿਆ ਗਿਆ ਸਰਦਾਰ ਚੇਤ ਸਿੰਘ। ਚੇਤ ਸਿੰਘ ਉਹ ਬੰਦਾ ਹੈ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਤੇ ਯਾਦ ਰੱਖੋ ਫਿਰ ਲਾਹੌਰ ਦਰਬਾਰ ਅੰਦਰ ਜਿਹੜਾ ਪਹਿਲਾ ਕਤਲ ਹੋਇਆ ਨਾ, ਉਹ ਸਰਦਾਰ ਚੇਤ ਸਿੰਘ ਦਾ ਹੋਇਆ ਸੀ। ਚੇਤ ਸਿੰਘ ਰਿਸ਼ਤੇ ਵਜੋਂ ਮਹਾਰਾਜਾ ਖੜਕ ਸਿੰਘ ਦਾ ਸਾਲਾ ਲੱਗਦਾ ਏ, ਚੰਦ ਕੌਰ ਦਾ ਭਰਾ ਸੀ ਤੇ ਕੰਵਰ ਨੌ ਨਿਹਾਲ ਸਿੰਘ ਦਾ ਮਾਮਾ ਲੱਗਦਾ ਸੀ। ਖੈਰ ਮੈਂ ਗੱਲ ਰਾਣੀ ਸਾਹਿਬ ਕੌਰ ਦੀ ਕਰ ਰਿਹਾ ਹਾਂ, ਜਿਹੜੀ ਸਾਹਿਬ ਕੌਰ ਔਲਾਦ ਦੀ ਖਾਤਰ ਐਸੀ ਉਪਕਾਰ ਦੀ ਬਿਰਤੀ ਰੱਖਦੀ ਹੈ ਵੀ ਪਤੀ ਦਾ ਦੂਜਾ ਵਿਆਹ ਕਰਦਾ ਹੈ। ਤੇ ਜਦੋਂ ਉਹ ਰਾਣੀ ਸਾਹਿਬ ਕੌਰ ਸੁਣਦੀ ਆਂਦਾ
ਵੀ ਮੇਰਾ ਭਰਾ ਦੁੱਖਾਂ ਵਿੱਚ ਹੈ, ਮੇਰਾ ਭਰਾ ਮੁਸੀਬਤਾਂ ਵਿੱਚ ਹੈ। ਸਾਡੇ ਆਪਣੇ ਆਪਣੇ ਨਹੀਂ ਰਹੇ, ਉਹ ਬਗਾਨੇ ਹੋ ਗਏ ਨੇ। ਮੇਰੇ ਬਾਪ ਦੀ ਉਹ ਰਿਆਸਤ ਹੈ ਜਿਹੜੀ ਮੇਰੇ ਬਾਬਲ ਰਾਜੇ ਨੇ ਕੁਰਬਾਨੀਆਂ ਨਾਲ ਖੜੀ ਕੀਤੀ, ਉਹਦਾ ਵਿਨਾਸ਼ ਕਰਨ ਵਾਸਤੇ ਸਾਡੇ ਦਰਬਾਰ ਹੈ ਬੁਰੀ ਤਰ੍ਹਾਂ ਤੁੱਲ ਗਿਆ। ਭਰਾ ਨੂੰ ਮੁਸੀਬਤ ਵਿੱਚ ਵੇਖਿਆ ਜਦੋਂ ਅੱਖਰਾਂ ਦੇ ਰਾਹੀਂ ਰਾਣੀ ਸਾਹਿਬ ਕੌਰ ਨੇ ਮਹਿਸੂਸ ਕੀਤਾ ਉਹ ਕਿਵੇਂ ਭਰਾ ਦੇ ਮੋਹ ਵਿੱਚ ਉਛਲ ਕੇ ਵਿਲਕੇ। ਇਉਂ ਬੇਨਤੀ ਕੀਤੀ ਜਾ ਰਹੀ ਹੈ ਜਦ ਭੈਣ ਪਿਆਰੀ, ਸੁਣਿਆ ਜਦ ਭੈਣ ਪਿਆਰੀ, ਮੁਸ਼ਕਲ ਵਿੱਚ ਵੀਰ ਹੈ। ਉਮਰ ਨਿਆਣੀ ਪਲਟਾ ਖਾਦਾ ਤਕਦੀਰ ਹੈ। ਦੁਸ਼ਮਣ ਨਾਲ ਰਲ ਗਏ ਆਪਣੇ, ਖੁਦ ਦੇ ਵਜ਼ੀਰ ਹੈ। ਇਦੋਂ ਕੀ ਮਾੜਾ ਹੋਣਾ ਕਥਨ ਤਨਾਵਾਂ ਦਾ, ਭੈਣਾਂ ਤੋਂ ਸਹਿ ਨਹੀਂ ਹੁੰਦਾ ਦੁੱਖ ਭਰਾਵਾਂ ਦਾ, ਭੈਣਾਂ ਤੋਂ ਸਹਿ ਨਹੀਂ ਹੁੰਦਾ। ਪਿਤਾ ਦੁੱਧ ਇੱਕੋ ਮਾਂ ਦਾ, ਇੱਕੋ ਹੀ ਖੂਨ ਹੈ। ਮੁਸ਼ਕਲ ਵਿੱਚ ਵੀਰ ਘਿਰ ਗਿਆ, ਉੱਡਿਆ ਸਕੂਨ ਹੈ। ਤੁਰ ਗਿਆ ਹੈ ਬਾਬਰ ਪਹਿਲਾਂ, ਵੱਡੀ ਊਣ ਹੈ। ਆਉਂਦਾ ਹੈ ਮੁੜ ਮੁੜ ਚੇਤਾ ਮਾਣੀਆਂ ਸ਼ਾਮਾਂ ਦਾ। ਜੱਗੋਂ ਵੱਖ ਰਿਸ਼ਤਾ ਹੁੰਦਾ ਭੈਣ ਭਰਾਵਾਂ ਦਾ, ਜੱਗੋਂ ਵੱਖ ਰਿਸ਼ਤਾ ਹੁੰਦਾ। ਬਾਬਲ ਦੀ ਸਲਤਨਤ ਵੱਲ ਝਾਕਦੇ ਗੈਰ ਨੇ, ਕੱਢਣ ਲਈ ਜ਼ਾਲਮ ਫਿਰਦੇ ਪਿਛਲਾ ਕੋਈ ਵੈਰ ਨੇ। ਹੌਲ ਕਲੇਜੇ ਪੈਂਦੇ ਚੱਤੋ ਹੀ ਪੈਰ ਨੇ, ਕੋਟਨਾ ਤਕਦੀਰ ਗਲਾ ਦੇ ਸਦਰਾਂ ਤੇ ਚਾਵਾਂ ਦਾ। ਭੈਣਾਂ ਤੋਂ ਸਹਿ ਨਹੀਂ ਹੁੰਦਾ ਦੁੱਖ ਭਰਾਵਾਂ ਦਾ, ਭੈਣਾਂ ਤੋਂ ਸਹਿ ਨਹੀਂ ਹੁੰਦਾ। ਜੈਮਲ ਸਿੰਘ ਤਾਈ ਕਹਿੰਦੀ ਸੁਣਿਓ ਸਰਦਾਰ ਜੀ, ਆਗਿਆ ਦਿਓ ਨਮਾਣੀ ਤਾਈ ਇੱਕ ਵਾਰ ਜੀ। ਹੱਥਾਂ ਵਿੱਚ ਸਾਂਭੇ ਆਪਣੇ ਨੰਗੀ ਤਲਵਾਰ ਜੀ। ਕਰ ਲਾ ਮੈਂ ਰੁੱਖ ਪਲਾਂ ਵਿੱਚ ਪੇਕਿਆਂ ਦੇ ਰਾਵਾਂ ਦਾ, ਜੱਗੋਂ ਵੱਖ ਰਿਸ਼ਤਾ ਹੁੰਦਾ ਭੈਣ ਭਰਾਵਾਂ ਦਾ, ਜੱਗੋਂ ਵੱਖ ਰਿਸ਼ਤਾ ਹੁੰਦਾ। ਉਹ ਕਾਲ ਕੇ ਕਾਲ ਮੁੱਢਤਾ ਬਹੁਤੀ ਹੀ ਭਾਰੀ ਜੋ ਕੀਤੀ ਹੈ ਕੈਮ ਰਾਜੇ। ਬਾਬਲ ਸਰਦਾਰੀ ਜੋ ਚੜ ਕੇ ਮਰਤੇ ਆਉਂਦੇ ਬਹੁਤੇ ਹੰਕਾਰੀ ਜੋ। ਲੈਣ ਲਈ ਲੇਖਾ ਜ਼ਾਲਮ ਕਿਹੜੇ ਗੁਨਾਹਾਂ ਦਾ, ਭੈਣਾਂ ਤੋਂ ਸਹਿ ਨਹੀਂ ਹੁੰਦਾ ਦੁੱਖ ਭਰਾਵਾਂ ਦਾ, ਭੈਣਾਂ ਤੋਂ ਸਹਿ ਨਹੀਂ ਹੁੰਦਾ। ਕਰਕੇ ਤਿਆਰੀ ਤੁਰ ਪਈ ਸਾਹਿਬ ਕੌਰ ਰਾਣੀ ਜੀ। ਸੁਗੜ ਸਚਿਆਰ ਦਾਨਸ਼ ਮੰਦ ਸਿਆਣੀ ਜੀ। ਰਣ ਦੇ ਵਿੱਚ ਲੜਨ ਮਰਨ ਦੀ ਉਸਨੇ ਠਾਣੀ ਜੀ। ਤੁਰ ਪਈ ਹੈ ਕੋਇਲੇ ਅਮਰ ਸਿਆਈ ਰੋਕਣ ਰਾਤਾਵਾਂ ਦਾ, ਜੱਗੋਂ ਵੱਖ ਰਿਸ਼ਤਾ ਹੁੰਦਾ ਭੈਣ ਭਰਾਵਾਂ ਦਾ, ਜੱਗੋਂ ਵੱਖ ਰਿਸ਼ਤਾ ਹੁੰਦਾ। ਰੱਬਾ ਵੇ ਵੀਰ ਮੇਰੇ ਨੂੰ ਤੱਤੀ ਵਾਲਾ ਮੀਨਾ, ਸੋਖ ਹੰਡਾਉਂਦੇ ਤਾਈ ਬਿਪਤਾ ਕੋਈ ਪਾਵੀ ਨਾ। ਵੀਰ
सदा सलामत नजर कमावी ना रखी सदा दूरी उस तो साया बलावां दा भैणा तो सैनी हुंदा दुख भरावां दा भैणा तो सैनी हुंदा पीर दे साही जगते जिंदियां भैणा सदा परानू हसदा देखिया नैना बेपता दा पल भी औखा होवदा सैना नाता गूड़ा गे जीवन ते सादा जगों अख रिश्ता हुंदा भैण भरावां दा जगों अख रिश्ता हुंदा महापुरखां दे दर ते आन के माता जी अरदास कराउंदे ने उन्हां दे दोतरे दा वीजा लग जाए। ये पावन अस्थान जरूरतमंदा लोड़मंदा ते सिदक वालियां दियां झोलियां भरदा है। इस दर तो अवश्य मुराद पूरी होएगी। वैगुरू कृपा करनगे माता जी दे दोतरे दा वीजा जरूर आएगा। बलदेव सिंह जी मनियादियां उन्हां वल्लों इतिहास की कदर अंदर मान पहुंचा सारियां दा सत्कार करदा है। खालसा जी सहयोग देने का यतन करना इतिहास के अगले पन्ने में आप जी नाल साझे करन जा रहा हाँ। राणी साहब कौर ने फैसला किया भरा की चिट्ठी पढ़ के जे वीर दे लेखा च तकदीर ने मौत लिखी है तो भैन भरा की थां ते मरन लई तैयार हो जाती है। क्योंकि भैन ते भरा का रिश्ता बड़ा प्यारा रिश्ता है, बड़ा कोमल रिश्ता है, बड़ा मुहब्बत वाला रिश्ता है। भैन वड्डी होवे ना ते भरा छोटा होवे। भैन मां वर्गा प्यार दे दे के भरा की परवरिश करती है ते जे भैन छोटी है ते भरा वड्डा है। किते भरा झिड़क देवे ना मां पुत नूं झिड़केगी भी ये न्याणी है तू क्यों इनू झिड़किया। पर जिहड़ी छोटी भैन है ना वो मां का गुट फड़ के आखेगी मां इनू कुछ ना कहे, ये भरा है मेरा वड्डा, बाप दे सां ते इहदे नाल ही मेरी दुनिया ते इहदे नाल ही मेरा संसार है। जदों रखड़ी का दिन आउंदा ना भैणां सौरे बैठियां उडीकदियां रहिंदियां कदों ये सलखना दिन आए और भरा दे गुट उत्ते बहुरंगी रखड़ी बन के वीर दी चढ़दी कला दी अरदास कीती जाए। भरा दे गुट उत्ते बहुरंगी रखड़ी भैन बनदी है ते जिन्ने उहदे च रंग हुंदे आ ना उन्ना ही भैन ने प्यार गुन्निया हुंदा है। पिछे सदरा हुंदियां वीरा तेनू रब लंबी जिंदगी दे, वीरा तेनू तत्ती वाह ना लगे, तू मेरे बाप दा वारस है ते साडे घर दा चिराग है सदा इस विहड़े अंदर जगदा रहे। ये अरदासां हुंदियां ने भैन दियां भरा दे प्रति। भैन ते भरा दा प्यार की हुंदा है। एक हवाला दे के अगे जाना चाहुंदा है। एक राजे ने 3 कसूरवार बंदियां नूं मौत दी सजा दे दित्ती। राजा कहंदा कसूरवार ने इन्हां नूं फाहे लाओ, मार दिता जाए। एक मटियार रोंदी रोंदी राजे दे दरबार विच गई। राजा कहर ना करी इन्हां तिन्नां नाल मेरी दुनिया वसदी है, जे तू इन्हां चों एक नूं भी मार दिता ते मेरा संसार उजड़ जाएगा। राजा कहंदा तेरा रिश्ता की इन्हां नाल? वो आंदी एक मेरा बाप है, एक मेरा पति है और एक मेरा भरा है। राजा कहंदा सारे ते छड़ नहीं सकदा, पर तेरे चीरने सुन के मेरे मन में इन्ना क रहम आया कि मैं एक जाने नूं आजाद कर देना है, एक नूं छड़ देना है। इन्ना गुनाह वड्डा कीता, 2 मैं मार देने हैं। हुण फैसला कर ला बचाउणा किनू है। जे बाप मरदा है तां भी उस मटियार दी जिंदगी वीरान हुंदी है, पति मरदा है तां भी उस मटियार दा संसार उजड़दा है, भरा मरदा है ते उस मटियार दी जिंदगी हनेर हुंदी है। वो सोचां दे सागर में डुबी भी की करा। आखिर उन्हें अंतिम फैसला सुना दिता। आख्या राजा
ਜੇ ਤੂੰ ਆਪਣਾ ਫੈਸਲਾ ਨਹੀਂ ਬਦਲਣਾ, 2 ਮਾਰ ਦੇਣੇ ਆ ਤੇ 1 ਛੱਡਣਾ ਏ, ਫਿਰ ਮੈਂ ਫੈਸਲਾ ਕਰਦੀ ਆ ਮੇਰੇ ਭਰਾ ਨੂੰ ਛੱਡ ਦੇ, ਬਾਪ ਦੀ ਮੌਤ ਵੀ ਝੱਲ ਲਾਂਗੇ, ਪਤੀ ਦੀ ਮੌਤ ਵੀ ਝੱਲ ਲਾਂਗੇ। ਰਾਜਾ ਹੈਰਾਨ ਹੋਇਆ, ਉਹਨੇ ਕਾਰਨ ਜਾਣਨਾ ਚਾਹਿਆ। ਉਸ ਮੁਟਿਆਰ ਨੇ ਆਖਿਆ, ਰਾਜਾ ਬਾਪ ਸਮਾਜ ਵਿੱਚੋਂ ਸਿਰਜਿਆ ਹੋਇਆ ਰਿਸ਼ਤਾ ਹੈ, ਪਤੀ ਸਮਾਜ ਵਿੱਚੋਂ ਪੈਦਾ ਕੀਤਾ ਹੋਇਆ ਰਿਸ਼ਤਾ ਹੈ, ਪਰ ਜਿਹੜਾ ਭਰਾ ਦਾ ਰਿਸ਼ਤਾ ਹੈ ਨਾ, ਇਹ ਸਮਾਜ ਵਿੱਚੋਂ ਨਹੀਂ ਰਾਜਾ ਸਿਰਜਿਆ ਜਾਂਦਾ, ਇਹ ਤੇ ਰੱਬ ਦੀ ਕਿਰਪਾ ਹੋਵੇ, ਇੱਕ ਮਾਂ ਦੀ ਕੁੱਖੋਂ ਜਨਮ ਲਿਆ ਇਹ ਰਿਸ਼ਤਾ ਬਣਦਾ ਹੈ। ਤੇ ਜੇ ਅੱਜ ਮੈਂ ਫੈਸਲਾ ਗਲਤ ਕਰ ਲਿਆ, ਪਤਾ ਨਹੀਂ ਦੁਬਾਰਾ ਕਦੋਂ ਜਨਮ ਲੈ ਕੇ ਇੱਕ ਮਾਂ ਦੀ ਕੁੱਖੋਂ ਮੈਂ ਇਸ ਵੀਰ ਨੂੰ ਵੇਖਾਂਗੀ। ਉਹਨੇ ਭਰਾ ਬਚਾਇਆ, ਬਾਪ ਤੇ ਪਤੀ ਦੀ ਕੁਰਬਾਨੀ ਜਨ ਲਈ। ਇਹ ਭੈਣ ਦਾ ਤਸੱਵੁਰ ਹੈ, ਇਹ ਭੈਣ ਦੀ ਭਰਾ ਦੇ ਪ੍ਰਤੀ ਮੁਹੱਬਤ ਹੈ। ਰਾਣੀ ਸਾਹਿਬ ਕੌਰ ਤਲਵਾਰ ਦੀ ਮੁੱਠ ਨੂੰ ਹੱਥ ਪਾ ਕੇ ਭਰਾ ਦੀ ਮਦਦ ਦਾ ਐਲਾਨ ਕਰਦੀ ਹੈ। ਫੈਸਲਾ ਉਹਨੇ ਇਹ ਕੀਤਾ, ਜੰਗ ਵੀ ਲੜਨਾ ਪਿਆ ਤੇ ਪਿੱਛੇ ਨਹੀਂ ਹਟਾਂਗੇ। ਸਰਦਾਰ ਜੈਮਲ ਸਿੰਘ ਦੀ ਪਾ ਕੇ ਆ ਗਿਆ, ਰਾਣੀ ਸਾਹਿਬ ਕੌਰ ਪਟਿਆਲੇ ਚਲੀ ਗਈ ਔਰ ਅਗਲੇ ਦਿਨਾਂ ਵਿੱਚ ਸਰਦਾਰ ਜੈਮਲ ਸਿੰਘ ਵੀ ਆਪਣੀ ਫੌਜ ਦਾ ਵੱਡਾ ਦਸਤਾ ਲੈ ਕੇ ਪਟਿਆਲੇ ਰਿਆਸਤ ਦੇ ਔਰ ਪੰਜਾਬ ਦੀ ਰਾਖੀ ਲਈ ਮੈਦਾਨ ਵਿੱਚ ਜਾ ਕੇ ਡਟਿਆ। ਉਧਰ ਦੂਸਰੇ ਪਾਸੇ ਕੀ ਵਾਪਰਿਆ, ਮਰਹੱਟੇ ਦਿੱਲੀ ਤੋਂ ਤੁਰੇ, ਇਹਨਾਂ ਦਾ ਮਾਲਕ ਸੀ ਪਿਰਥੀ ਰਾਓ ਮਰਹੱਟਾ ਔਰ ਮਰਹੱਟਿਆਂ ਦੀ ਫੌਜ ਦੀ ਕਮਾਨ ਜਿਹੜੀ ਹੈ ਉਹ ਲక్ష్ਮੀ ਰਾਓ ਮਰਹੱਟੇ ਦੇ ਹੱਥਾਂ ਵਿੱਚ ਹੈ। ਮਰਹੱਟਿਆਂ ਦਾ ਅਰਥ ਹੈ ਇਹ ਮੈਦਾਨ ਵਿੱਚ ਲੜਦੇ ਲੜਦੇ ਅੱਗੇ ਵਧਦੇ ਜਾਂਦੇ ਆ, ਇਹ ਮਰ ਜਾਂਦੇ ਐ, ਹਾਲਾਤ ਕਿਦਾਂ ਦੇ ਵੀ ਹੋਣ ਇਹ ਮੈਦਾਨ ਵਿੱਚੋਂ ਕਦੇ ਪਿੱਛੇ ਨਹੀਂ ਹਟਦੇ। ਇਸੇ ਕਰਕੇ ਇਹਨਾਂ ਨੂੰ ਲਕਬ ਮਰਹੱਟਿਆਂ ਦਾ ਮਿਲਿਆ ਹੈ। ਭਾਰਤ ਦੇ ਇਤਿਹਾਸ ਅੰਦਰ ਮਰਹੱਟੇ ਤੇ ਰਾਜਪੂਤ ਇਹ 2 ਕੌਮਾਂ ਹਿੰਦੁਸਤਾਨ ਦੀ ਤਵਾਰੀਖ ਅੰਦਰ ਬੜੀਆਂ ਬਲਵਾਨ ਕੌਮਾਂ ਮੰਨੀਆਂ ਗਈਆਂ ਹੈ, ਬੜੀਆਂ ਬਹਾਦਰ ਕੌਮਾਂ ਮੰਨੀਆਂ ਗਈਆਂ ਹੈ। ਇਹਨਾਂ ਦੀ ਸ਼ਕਤੀ ਏਡੀ ਵੱਡੀ ਹੋ ਗਈ, ਇਹ ਦਿੱਲੀ ਤੇ ਆਪਣੇ ਰਾਜ ਦਾ ਝੰਡਾ ਚਲਾਉਂਦੇ ਹੈ। ਜਦੋਂ ਨਾਨੂ ਮੱਲ ਰਾਜਾ ਸਾਹਿਬ ਸਿੰਘ ਨਾਲ ਦਗਾ ਕਰ ਗਿਆ ਨਾ, ਇਹ ਫਿਰ ਸੁਪਨਾ ਲੈਣ ਲੱਗੇ ਪਟਿਆਲਾ ਮਾਰੀਏ ਔਰ ਉਦੋਂ ਬਾਅਦਾ ਮੁੜ ਕੇ ਪੰਜਾਬ ਉੱਤੇ ਕਬਜ਼ਾ ਕਰਕੇ ਮਰਹੱਟਾ ਸ਼ਾਹੀ ਦਾ ਝੰਡਾ ਆਪਾਂ ਪੰਜਾਬ ਵਿੱਚ ਬੁਲੰਦ ਕਰਾਂਗੇ। ਦਿੱਲੀੋਂ ਮਾਰੋ ਮਾਰ ਕਰਦੇ ਤੁਰੇ, ਵੱਡੀਆਂ ਤੋਪਾਂ ਲਈਆਂ, ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਲਈ। ਰਸਤੇ ਵਿੱਚ ਜੀਂਦ ਔਰ ਕੈਂਥਲ 2 ਪਰਗਣੇ ਆਏ ਤੇ ਜਦੋਂ ਇਹਨਾਂ ਕੂਚ ਦਾ ਨਗਾਰਾ ਦਿੱਲੀੋਂ ਵਜਾਇਆ ਨਾ, ਇਹਨਾਂ ਸੋਚਿਆ ਵੀ ਲੱਗਦੇ ਹੱਥ ਕੈਂਥਲ ਤੇ ਜੀਂਦ ਉੱਤੇ ਵੀ ਹਮਲਾ ਬੋਲ ਕੇ ਇਹ ਵੀ ਪਰਗਣੇ ਆਪਣੇ ਮਰਹੱਟਾ ਰਾਜ ਦਾ ਹਿੱਸਾ ਬਣਾਉਣੇ ਚਾਹੀਦੇ ਆ। ਜੀਂਦ ਔਰ ਕੈਂਥਲ ਦੀਆਂ ਸ਼ਕਤੀਆਂ ਨੇ ਇੰਨੀ ਕਮਜ਼ੋਰੀ ਵਿਖਾਈ, ਉਹ ਮਰਹੱਟਿਆਂ ਨਾਲ ਲੜ ਨਾ ਸਕੇ। ਉਹਨਾਂ ਨੇ ਮਰਹੱਟਿਆਂ ਦੀ ਸਰਦਾਰੀ ਪ੍ਰਵਾਨ ਕਰ ਲਈ, ਭਾਵ ਨਜਰਾਨਾ ਤਾਰ ਕੇ ਕੈਂਥਲ ਦੇ ਰਾਜੇ ਔਰ ਜੀਂਦ ਦੇ ਰਾਜੇ ਮਰਹੱਟਿਆਂ ਦੇ ਗੁਲਾਮ ਹੋ ਗਏ। ਹੁਣ ਪਿਰਥੀ ਰਾਓ ਔਰ ਲక్ష్ਮੀ ਰਾਓ ਨੇ ਇੱਕ ਚਿੱਠੀ ਲਿਖੀ, ਉਹ ਚਿੱਠੀ ਰਾਜਾ ਸਾਹਿਬ ਸਿੰਘ ਨੂੰ ਸੰਬੋਧਨ ਹੋ ਕੇ ਲਿਖੀ। ਆਖਿਆ, ਪਟਿਆਲੇ ਦੇ ਮਾਸੂਮ ਰਾਜਿਆ, ਭਾਵੇਂ ਕਿੱਡੇ ਮਰਜੀ ਵੱਡੇ ਵੱਡੇ ਸਰਦਾਰਾਂ ਦਾ ਇਕੱਠ ਬੁਲਾ ਕੇ ਵੇਖ ਲੈ, ਤੇਰਾ ਮੈਦਾਨ ਵਿੱਚ ਵਟਿਆ ਕੁਝ ਨਹੀਂ ਜਾਣਾ। ਦੱਸ ਦਈਏ ਕੈਂਥਲ ਤੇ ਜੀਂਦ ਅਸਾਂ ਬਿਨਾਂ ਲੜਿਆਂ ਜਿੱਤ ਲੈਨੇ, ਜੇ ਸਾਡੀ ਸਰਦਾਰੀ ਪ੍ਰਵਾਨ ਕਰ ਲਵੇਂਗਾ ਤੇਰੀ ਜਾਨ ਬਖਸ਼ੀ ਕਰ ਦਿੱਤੀ ਜਾਏਗੀ। ਅਗਰ ਯਾਦ ਰੱਖ ਸਾਹਿਬ ਸਿੰਘਾ, ਤੂੰ ਔਰ ਤੇਰੇ ਨਾਲ ਦੇ ਸਰਦਾਰਾਂ ਦੇ ਸਾਡੀ ਅਧੀਨਗੀ ਨਾ ਪ੍ਰਵਾਨ ਕੀਤੇ, ਤੈਨੂੰ ਮੈਦਾਨੇ ਜੰਗ ਵਿੱਚ ਮਾਰ ਦੇਣਾ ਹੈ। ਮਰਹੱਟਿਆਂ ਨੇ ਇੱਕ ਡਰਾਵਨੀ ਚਿੱਠੀ ਰਾਜਾ ਸਾਹਿਬ ਸਿੰਘ ਦੀ ओर ਇੰਜ ਲਿਖੀ ਹੈ। ਪਿਰਥੀ ਰਾਓ ਲਿਖਦਾ ਹੈ ਰਾਜੇ ਸਾਹਿਬ ਸਿੰਘ ਨੂੰ ਪੱਤਰ, ਪਲ ਖੱਟਣੀ ਚਾਹੁੰਦਾ ਜੇ ਛੇਤੀ ਸਾਂਭ ਲੈ ਫਿਰ ਵੱਤਰ। ਹੁਣ ਲੜਿਆ ਜਾਣਾ ਨਹੀਂ, ਝਾਤੀ ਖੁਦ ਆਪਣੇ ਵੱਲ ਮਾਰੋ, ਮਨ ਹੀ ਨੇ ਅਸਾਂ ਦੀ ਲੋ, ਚੰਗੇ ਰਹਿ ਜੋਗੇ ਸਰਦਾਰੋ। ਦਿੱਲੀ ਤੋਂ ਤੁਰਿਆ ਹੈ ਰਾਹ ਵਿੱਚ ਕਈ ਤਾਕਤਾਂ ਢਾਈਆਂ, ਕੋਈ ਅੱਗੇ ਕੁਸਕਿਆ ਨਾ ਤੇਗਾਂ ਜਦੋਂ ਅਸੀਂ ਚਮਕਾਈਆਂ। ਕੈਂਥਲ ਤੇ ਜੀਂਦ ਦੋਵੇਂ ਝੁਕ ਕੇ ਵੱਡੇ ਉਛਾਲ ਸਵਾਰੋ, ਮਨ ਹੀ ਨੇ ਅਸਾਂ ਦੀ ਲੋ, ਚੰਗੇ ਰਹਿ ਜੋਗੇ ਸਰਦਾਰੋ। ਮਰਹੱਟਿਆਂ ਦੀ ਗਿਣਤੀ ਹੈ ਲੱਖਾਂ ਦੀ ਪਾਰੀ,
ਪਟਿਆਲਾ ਸੋਧਣ ਲਈ ਆਈ ਕਰਕੇ ਫੁੱਲ ਤਿਆਰੀ। ਘਾਟਾ ਖਾ ਜਾਓਗੇ ਸਾਡੀ ਪਲ ਵਿੱਚ ਗੱਲ ਸਵੀਕਾਰੋ, ਮਨ ਹੀ ਨੇ ਅਸਾਂ ਦੀ ਲੋ ਚੰਗੇ ਰਹਿ ਜੋਗੇ ਸਰਦਾਰੋ। ਵਾਸੀ ਅਲੜੀ ਉਮਰਾਂ ਦੇ ਕਿੱਥੇ ਰਣ ਨੂੰ ਜਿੱਤ ਵਿਖਾਉਣਾ, ਦਿੱਲੀ ਦੀ ਤਾਕਤ ਨੂੰ ਔਖਾ ਪਟਿਆਲੇ ਲਈ ਟਾਉਣਾ। ਨਜ਼ਰਾਨਾ ਭਰ ਕੇ ਤੇ ਝੁਕ ਕੇ ਅਗਲਾ ਵਕਤ ਗੁਜ਼ਾਰੋ, ਮਨ ਹੀ ਨੇ ਅਸਾਂ ਦੀ ਲੋ ਚੰਗੇ ਰਹਿ ਜੋਗੇ ਸਰਦਾਰੋ। ਕੈਂਥਲ ਤੇ ਜੀਂਦ ਤਰ੍ਹਾਂ ਸਾਡੀ ਮੰਨ ਲਵੋ ਸਰਦਾਰੀ, ਨਹੀਂ ਤਾਂ ਚੁਕਾਉਣੀ ਪਊ ਤੁਹਾਨੂੰ ਕੀਮਤ ਬਹੁਤੀ ਭਾਰੀ। ਮੰਗਿਆ ਨਜ਼ਰਾਨਾ ਜੋ ਪਲ ਵਿੱਚ ਬਿਨਾ ਦੇਰੀ ਉਤਾਰੋ, ਮਨ ਹੀ ਨੇ ਅਸਾਂ ਦੀ ਲੋ ਚੰਗੇ ਰਹਿ ਜੋਗੇ ਸਰਦਾਰੋ। ਹੰਕਾਰ ਮਾਰਦਾ ਹੈ, ਹੰਕਾਰ ਮਾਰਦਾ ਹੈ ਪ੍ਰਿਥੀ ਰਾਓ ਦੇ ਵਿੱਚ ਉਛਾਲੇ, ਮਾਸੂਮ ਸ਼ਹਜ਼ਾਦੇ ਨੂੰ ਤੱਕ ਕੇ ਪਏ ਮਰਹੱਟੇ ਕਾਲੇ। ਹਮਲਾ ਕਰ ਦਈਏ ਛੱਟ ਹਮਲਾ ਕਰ ਦਈਏ, ਛੋਟਾ ਧੌਸਿਆਂ ਉੱਤੇ ਮਾਰੋ, ਮਨ ਹੀ ਨੀ ਅਸਾਂ ਦੀ ਲੋ ਚੰਗੇ ਰਹਿ ਜੋਗੇ ਸਰਦਾਰੋ। ਗਰਬਨ ਤੁਹਾਡੇ ਜੋ ਆ ਕੇ ਸਭ ਸਾਡੇ ਨਾਲ ਰੱਲੇ, ਆ ਕੇ ਸਭ ਸਾਡੇ ਨਾਲ ਰੱਲੇ, ਹੁਣ ਤੁਹਾਡੀ ਸ਼ਕਤੀ ਦੇ ਰਹਿ ਗਿਆ ਡੱਕਾ ਵੀ ਨਾ ਪੱਲੇ। ਸ਼ੇਰਾਂ ਨਾਲ ਟੱਕਰ ਨਾਲ ਜਾਣੀ ਲਈ ਮਿਰਗਾਂ ਦੀ ਉਡਾਰੋ, ਮਨ ਹੀ ਨੀ ਅਸਾਂ ਦੀ ਲੋ ਚੰਗੇ ਰਹਿ ਜੋਗੇ ਸਰਦਾਰੋ, ਮਨ ਹੀ ਨੀ ਅਸਾਂ ਦੀ ਲੋ ਚੰਗੇ ਰਹਿ ਜੋਗੇ ਸਰਦਾਰੋ। ਨੌਜਵਾਨ ਪ੍ਰਸਿੱਧ ਢਾਡੀ ਗਿਆਨੀ ਗੁਰਭੇਜ ਸਿੰਘ ਚਵਿੰਡਾ, ਉਹਨਾਂ ਵੱਲੋਂ ਵੱਡਾ ਸਤਿਕਾਰ ਮਾਇਆ ਦੇ ਰੂਪ ਵਿੱਚ ਪਹੁੰਚਿਆ ਹੈ। ਵੀਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੈ, ਗੁਰੂ ਸਾਹਿਬ ਕਿਰਪਾ ਭਰਿਆ ਹੱਥ ਰੱਖਣ। ਇਹ ਸੱਜਣ ਇਸੇ ਤਰ੍ਹਾਂ ਢਾਡੀ ਵਾਰਾਂ ਰਾਹੀਂ ਕੌਮ ਦੀ ਸੇਵਾ ਕਰਦੇ ਰਹਿਣ। ਬੜੇ ਸਤਿਕਾਰਯੋਗ ਬਾਬਾ ਮਨੋਹਰ ਸਿੰਘ ਹੋਣੀ, ਬਾਬਾ ਕੁਲਵੰਤ ਸਿੰਘ ਹੋਣੀ, ਬੱਚੀ ਵਿੰਡ ਵਾਲੇ ਸਾਡੇ ਬਹੁਤ ਪਿਆਰ ਵਾਲੇ ਸੱਜਣ ਨੇ। ਦੁਬਾਰਾ ਉਹਨਾਂ ਨੇ ਹੋਰ ਮਾਇਆ ਅਰਦਾਸ ਕਰਵਾਈ ਹੈ, ਗੁਰੂ ਸਾਹਿਬ ਹਾਜ਼ਰੀ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਬਖਸ਼ਣ। ਇਸ ਪ੍ਰਸੰਗ ਦੀ ਇੱਕ ਕਵਿਤਾ ਬਾਕੀ ਹੈ ਤੇ ਇੱਕ ਤੁਹਾਡੀ ਸਿਫਾਰਿਸ਼ ਹੈ। ਮੈਂ ਮਿੰਟ ਹੁਣ ਬਹੁਤੇ ਨਹੀਂ ਲੈਣੇ, 10 ਮਿੰਟਾਂ 'ਚ ਆਪਾਂ ਸਾਰੀ ਸਮਾਪਤੀ ਕਰ ਦੇਣੀ ਹੈ। ਮਾਣਯੋਗ ਪ੍ਰਧਾਨ ਸਾਹਿਬ ਸਰਦਾਰ ਹਰਭਜਨ ਸਿੰਘ ਜੀ 200 ਦਮੜਾ, ਉਹਨਾਂ ਵੱਲੋਂ ਕਿਰਤ ਦੀ ਮਾਇਆ ਪਹੁੰਚੀ ਹੈ, ਧੰਨਵਾਦ ਕਰਦਾ ਹਾਂ। ਗਿਆਨੀ ਸੋਹਣ ਸਿੰਘ ਜੀ ਸੀਤਲ ਪੰਥ ਦੇ ਬਾਦਸ਼ਾਹ ਢਾਡੀ, ਉਹਨਾਂ ਦੀ ਯਾਦ ਅੰਦਰ ਕਸੇਲ ਸਾਹਿਬ ਹੋਣਾ ਨੇ ਸਤਿਕਾਰ ਘੱਲਿਆ ਏ, ਗੁਰੂ ਸਾਹਿਬ ਹਾਜ਼ਰੀ ਦਰ ਪ੍ਰਵਾਨ ਕਰਨ। ਆਓ ਪਟਿਆਲੀਏ ਸਰਦਾਰਾਂ ਨੇ ਪ੍ਰੋਗਰਾਮ ਲਿਖਿਆ, ਭਾਵੇਂ ਸਾਡੇ ਦਰਬਾਨ ਤੇ ਵਜ਼ੀਰ ਬਗਾਨਿਆਂ ਨੂੰ ਸਾਹ ਦਿੰਦੇ ਆਏ, ਦੁਸ਼ਮਣ ਨਾਲ ਰਲ ਚੁੱਕੇ ਨੇ, ਪਰ ਹੁਣ ਅੰਤਮ ਫੈਸਲਾ ਜਹਾਦ ਲੜਿਆ ਜਾਏ। ਪਟਿਆਲਾ ਤੇ ਪੰਜਾਬ ਦੇ ਸਵੈਮਾਨ ਦਾ ਮਸਲਾ ਏ। ਆਂਦੇ ਭਦੌੜੀਏ ਸਰਦਾਰਾਂ ਵਿੱਚੋਂ ਸਰਦਾਰ ਵੀਰ ਸਿੰਘ, ਸਰਦਾਰ ਦੀਪ ਸਿੰਘ, ਜੈਮਲ ਸਿੰਘ ਫਤਿਹਗੜੀਆ, ਹੋਰ ਵੱਡੇ ਵੱਡੇ ਸਰਦਾਰ ਰਾਣੀ ਸਾਹਿਬ ਕੌਰ ਦੇ ਨਾਲ ਰਾਜਾ ਸਾਹਿਬ ਸਿੰਘ ਦੀ ਇਮਦਾਦ ਉੱਤੇ ਪਟਿਆਲੇ ਦੀ ਰਾਖੀ ਲਈ ਮਰਹੱਟਿਆਂ ਨਾਲ ਲੜਨ ਦਾ ਪ੍ਰੋਗਰਾਮ ਉਲੀਕ ਚੁੱਕੇ ਹੈ। ਉਧਰ ਅੰਬਾਲੇ ਤੱਕ ਫੈਲੀ ਹੋਈ ਮਰਹੱਟਿਆਂ ਦੀ ਸੈਨਾ ਜਿਹੜੀ ਮਾਰੋ ਮਾਰ ਕਰਦੀ ਪਟਿਆਲੇ ਵੱਲ ਵੱਧ ਰਹੀ। ਇੱਕ ਬਹੁਤ ਵੱਡੀ ਟੱਕਰ ਰਣ ਮੈਦਾਨ ਅੰਦਰ ਸਿੱਖ ਸਰਦਾਰਾਂ ਦੀ ਤੇ ਮਰਹੱਟਿਆਂ ਦੀ ਹੋਈ। ਇਹ ਲੜਾਈ ਸੂਰਜ ਚੜ੍ਹਨ ਆਰੰਭ ਹੋਈ, ਲੜਦਿਆਂ ਲੜਦਿਆਂ ਸਾਰਾ ਦਿਨ ਲੰਘ ਗਿਆ। ਸਿੱਟਾ ਇਹ ਨਿਕਲਿਆ ਪਟਿਆਲੀਆਂ ਦੀ ਫੌਜ ਮਾਰੀ ਗਈ, ਬੁਰਾ ਹਾਲ ਹੋ ਗਿਆ। ਔਰ ਜਦੋਂ ਸੂਰਜ ਡੁੱਬਿਆ ਨਾ, ਪੁਰਾਣੇ ਯੁੱਗ ਦੀਆਂ ਲੜਾਈਆਂ ਦਾ ਦਸਤੂਰ ਸੀ, ਦਿਨੇ ਦਿਨੇ ਦੋ ਧਿਰਾਂ ਲੜਦੀਆਂ ਨੇ, ਦੋ ਸ਼ਕਤੀਆਂ ਲੜਦੀਆਂ ਏ। ਜਦੋਂ ਸੂਰਜ ਡੁੱਬ ਜਾਂਦਾ ਤੇ ਇੱਕ ਅਸੂਲ ਹੈ, ਲੜਾਈ ਡੱਕ ਦਿੱਤੀ ਜਾਂਦੀ ਹੈ ਫੌਜਾਂ ਨੂੰ ਦਮ ਦਬਾਉਣ ਵਾਸਤੇ। ਸਾਰੇ ਦਿਨ ਅੰਦਰ ਮਰਹੱਟਿਆਂ ਨੇ ਤੇਗਾਂ ਵਾਹ ਵਾਹ ਕੇ
ਪਟਿਆਲੀਆਂ ਦੇ ਮੈਦਾਨ ਵਿੱਚ ਸਥਾਰ ਵਿਛਾ ਦਿੱਤੇ ਔਰ ਰਾਤ ਨੂੰ ਮਰਹੱਟੇ ਆਪਣੀ ਫੌਜ ਪਿੱਛੇ ਢਾ ਕੇ ਦਮ ਲੈ ਰਹੇ ਸਨ ਔਰ ਦੂਜੇ ਬੰਨੇ ਸਰਦਾਰਾਂ ਨੇ ਗੁਰਮਤਾ ਕੀਤਾ। ਹੁਣ ਕੀ ਕੀਤਾ ਜਾਏ? ਕੋਈ ਕਹਿੰਦਾ ਵੀ ਲੜਾਈ ਲੰਮੀਆਂ ਕਰੋ, ਮਗਰੋਂ ਮਦਦ ਮੰਗਾਈ ਜਾਏ, ਫੇਰ ਮਰਹੱਟਿਆਂ ਨਾਲ ਲੜਾਂਗੇ ਵਰਨਾ ਮਾਰੇ ਜਾਵਾਂਗੇ। ਪਰ ਰਾਣੀ ਸਾਹਿਬ ਕੌਰ ਨੇ ਅੰਤਮ ਫੈਸਲਾ ਸੁਣਾ ਦਿੱਤਾ। ਉਹਨੇ ਆਖਿਆ, ਮੇਰੇ ਬਹਾਦਰ ਭਰਾਓ, ਤੁਸੀਂ ਗੈਰਤਮੰਦ ਤੇ ਅਖਲਾਕੀ ਲੋਕ ਹੋ, ਪਰ ਜੇ ਸੂਰਜ ਚੜ੍ਹਨ ਦੀ ਉਡੀਕ ਕਰ ਲਈ ਤੇ ਇੱਕ ਗੱਲ ਕੋਰੇ ਕਾਗਜ਼ ਉੱਤੇ ਲਿਖ ਲਓ, ਕੱਲ ਦਾ ਸੂਰਜ ਪਟਿਆਲੇ ਦੀ ਗੁਲਾਮੀ ਦਾ ਸੂਰਜ ਹੋਏਗਾ ਔਰ ਪਰਸੋਂ ਦਾ ਸੂਰਜ ਪੰਜਾਬ ਦੀ ਗੁਲਾਮੀ ਦਾ ਸੂਰਜ ਹੋਏਗਾ। ਮੈਂ ਨਹੀਂ ਚਾਹੁੰਦੀ ਪਟਿਆਲਾ ਤੇ ਪੰਜਾਬ ਮਰਹੱਟਿਆਂ ਦਾ ਗੁਲਾਮ ਬਣੇ। ਸਰਦਾਰਾਂ ਨੇ ਆਖਿਆ ਰਾਣੀ ਸਾਹਿਬ ਕੌਰ ਨੂੰ, ਭੈਣਾ ਕੀ ਚਾਹੁੰਦੀ ਹੈ? ਉਹਨੇ ਆਖਿਆ, ਭਾਵੇਂ ਇਹ ਅਸੂਲ ਦੇ ਗੱਲ ਉਲਟਾ ਵੀ ਰਾਤ ਨੂੰ ਵੈਰੀ ਤੇ ਹਮਲਾ ਕੀਤਾ ਜਾਏ, ਪਰ ਸਾਡੇ ਕੋਲੇ ਰਸਤਾ ਹੋਰ ਕੋਈ ਨਹੀਂ ਬਚਿਆ। ਆਓ ਤਗੜੇ ਹੋਵੋ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਛੱਡ ਕੇ ਜੰਕਾਰੇ। ਪਟਿਆਲੀਆਂ ਦੀ ਫੌਜ ਨੇ ਰਾਤ ਦੇ ਵਿਖੇ ਮਰਹੱਟਿਆਂ ਤੇ ਹਮਲਾ ਰਾਣੀ ਸਾਹਿਬ ਕੌਰ ਦੇ ਕਮਾਨ ਦੇ ਥੱਲੇ ਇੰਜ ਕਰ ਦਿੱਤਾ ਹੈ। ਸਾਹਿਬ ਕੌਰ ਰਾਣੀ ਨੇ ਮੈਦਾਨ ਮੱਲਿਆ, ਜਾਂਦਾ ਨੀ ਜਲਾਲ ਸ਼ੇਰਨੀ ਦਾ ਠੱਲਿਆ। ਜੋ ਜਕਾਰਾ ਹੈ ਗਜਾਇਆ ਛੀਣੀ ਨੇ, ਮੱਥਾ ਮਰਹੱਟਿਆਂ ਨਾਲ ਲਾਇਆ ਛੀਣੀ ਨੇ। ਚਿੱਟਾ ਮਰਦਾਵਾ ਪੈਨਿਆ ਲਿਬਾਸ ਹੈ, ਸੱਚੇ ਸਾਹਿਬ ਅੱਗੇ ਕੀਤੀ ਅਰਦਾਸ ਹੈ। ਰਾਜ ਪਾਲੀ ਪੱਲਾ ਗਲ ਪਾਇਆ ਛੀਣੀ ਨੇ, ਮੱਥਾ ਮਰਹੱਟਿਆਂ ਨਾਲ ਲਾਇਆ ਛੀਣੀ ਨੇ। ਪਨੌੜੀਏ ਨੇ ਦੀਪ ਅੱਗੇ ਵੀਰ ਸਿੰਘ ਜੀ, ਹੱਥ ਵਿੱਚ ਲੈ ਕੇ ਸ਼ਮਸ਼ੀਰ ਸਿੰਘ ਜੀ। ਜਿੰਨੇ ਰਣ ਜ਼ਾਲਮਾਂ ਦੀ ਰੱਤ ਪੀਣੀ ਨੇ, ਮੱਥਾ ਮਰਹੱਟਿਆਂ ਨਾਲ ਲਾਇਆ ਛੀਣੀ ਨੇ। ਹੋ ਰਹੇ ਸੀ ਵਿਰੋਧੀ ਰਣ ਤੋਪਾਂ ਦਾਗ ਜੀ, ਬੁਝ ਗਏ ਹਜ਼ਾਰਾਂ ਜਿੰਦਾਂ ਦੇ ਚਿਰਾਗ ਜੀ। ਬੈਰੀਆਂ ਨੇ ਨੀਤ ਧਾਰ ਲਈ ਕਮੀਨੀ ਨੇ, ਮੱਥਾ ਮਰਹੱਟਿਆਂ ਨਾਲ ਲਾਇਆ ਛੀਣੀ ਨੇ। ਆ ਵੈਰੀ ਦੀਆਂ ਸਭਾ ਸੂਰਮੇ ਵਿਛਾਉਂਦੇ ਨੇ, ਡਟ ਕੇ ਮੈਦਾਨ ਵਿੱਚ ਤੇਗਾ ਵਾਉਂਦੇ ਨੇ। ਅੱਜ ਹੁਣ ਦੇਵਣੀ ਨਾਹੀਣੀ ਨੇ, ਮੱਥਾ ਮਰਹੱਟਿਆਂ ਨਾਲ ਲਾਇਆ ਛੀਣੀ ਨੇ। ਬਿਜਲੀ ਦੇ ਵਾਂਗ ਤਲਵਾਰ ਚੱਲਦੀ, ਸਰੂਜੇ ਜਵਾਨਾਂ ਤਾਈਂ ਪਾਰ ਕੱਲਦੀ। ਫੇਰੀ ਨੂੰ ਹਿਲਾਤਾ ਗੈਰਤ ਨਾ ਜੀਣੀ ਨੇ, ਮੱਥਾ ਮਰਹੱਟਿਆਂ ਨਾਲ ਲਾਇਆ ਛੀਣੀ ਨੇ। ਸਾਹਿਬ ਕੌਰ ਚੰਡਕਾਂ ਦਾ ਰੂਪ ਧਾਰ ਕੇ, ਵਧ ਰਹੀ ਸੀ ਅੱਗੇ ਲਲਕਾਰੇ ਮਾਰ ਕੇ। ਤੇਰੇ ਨਾਲ ਐਸਾ ਝਟਕਾਇਆ ਛੀਣੀ ਨੇ, ਮੱਥਾ ਮਰਹੱਟਿਆਂ ਨਾਲ ਲਾਇਆ ਛੀਣੀ ਨੇ। ਮੱਛੀ ਹਾਹਾਕਾਰ ਮਰਹੱਟੇ ਭੱਜ ਗਏ, ਫਤਿਹ ਦੇ ਜਕਾਰੇ ਰਣ ਵਿੱਚ ਗੱਜ ਗਏ। ਖੰਡਾ ਸਭਰਾਇਆ, ਖੰਡਾ ਸਭਰਾਇਆ ਖੜਕਾਇਆ ਛੀਣੀ ਨੇ, ਮੱਥਾ ਮਰਹੱਟਿਆਂ ਨਾਲ ਲਾਇਆ ਛੀਣੀ ਨੇ। ਹਾਲੇ ਦੀ ਸੰਗਤ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਭਾਵਨਾ ਨਾਖੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਨਾਲ ਹੀ ਬੇਨਤੀ ਹੈ, ਕੋਹਾਲੇ ਨਗਰ ਵਿਖੇ ਮਹਾਨ ਕੀਰਤਨ ਦਰਬਾਰ 11-12 ਅਪ੍ਰੈਲ ਨੂੰ ਹੋ ਰਿਹਾ ਹੈ ਔਰ ਸਾਰਿਆਂ ਨੂੰ ਬੇਨਤੀ ਹੈ ਵੀ ਰਾਤ 7 ਤੋਂ 10 ਵਜੇ ਤੱਕ ਇਹ ਗੁਰਮਤਿ ਸਮਾਗਮ ਚੱਲਿਆ ਕਰੇਗਾ। 11 ਤੇ 12 ਅਪ੍ਰੈਲ ਨੂੰ ਸਾਰਿਆਂ ਨੇ ਭਾਵਨਾ ਨਾਲ ਉੱਥੇ ਹਾਜ਼ਰੀਆਂ ਭਰ ਕੇ ਲਾਹਾ ਲੈਣ ਦਾ ਯਤਨ ਕਰਨਾ ਹੈ। ਇਸ ਬੇਨਤੀ ਨੂੰ ਸਵੀਕਾਰ ਕਰਿਆ ਜੇ। ਇਹ ਲੜਾਈ ਬੜੀ ਭਿਆਨਕ ਸੀ, ਬੜੀ ਗੰਭੀਰ ਸੀ। ਸਿੱਟਾ ਇਹ ਨਿਕਲਿਆ ਵੀ ਅਵੇਸਲੇ ਸਨ ਮਰਹੱਟੇ, ਜਿਨ੍ਹਾਂ ਦੇ ਬਾਰੇ ਕਹਾਵਤ ਪ੍ਰਸਿੱਧ ਹੈ, ਮਰ ਜਾਂਦੇ ਆ ਮੈਦਾਨ ਚੋਂ ਪਿੱਛੇ ਨਹੀਂ ਹਟਦੇ। ਇਸ ਲੜਾਈ ਦੇ ਦੌਰਾਨ
ਪਟਿਆਲੀਆਂ ਦਾ ਪੱਲਾ ਭਾਰਾ ਸੀ। ਮਰਹੱਟੇ ਮੈਦਾਨ ਵਿੱਚੋਂ ਫੌਜ ਮਰਵਾ ਕੇ ਦੌੜ ਗਏ। ਪਟਿਆਲਾ ਤੇ ਪੰਜਾਬ ਮਰਹੱਟਿਆਂ ਦਾ ਗੁਲਾਮ ਹੋਣ ਤੋਂ ਰਾਣੀ ਸਾਹਿਬ ਕੌਰ ਨੇ ਵੱਡੀ ਯੁਰਤ ਔਰ ਵੱਡੀ ਵੀਰਤਾ ਵਿਖਾ ਕੇ ਬਚਾ ਲਿਆ। ਇਸ ਘਟਨਾ ਤੋਂ ਬਾਅਦ ਰਾਜਾ ਸਾਹਿਬ ਸਿੰਘ ਤੇ ਛੋਟਾ ਸੀ, ਫਿਰ ਰਾਣੀ ਸਾਹਿਬ ਕੌਰ ਪਟਿਆਲਾ ਰਿਆਸਤ ਦੀ ਪ੍ਰਧਾਨ ਮੰਤਰੀ ਬਣੀ ਹੈ। ਇਹ ਵੱਖਰੀ ਗੱਲ ਹੈ ਕਿ ਜਦੋਂ ਰਾਜਾ ਸਾਹਿਬ ਸਿੰਘ ਦੀ ਸ਼ਾਦੀ ਰਾਣੀ ਆਸ ਕੌਰ ਨਾਲ ਹੋ ਗਈ, ਰਾਣੀ ਆਸ ਕੌਰ ਨੇ ਇਹ ਮਹਿਸੂਸ ਕੀਤਾ ਵੀ ਮੇਰੀ ਨਨਾਣ ਸਾਡੇ ਰਾਜ ਭਾਗ ਵਿੱਚ ਦਖਲ ਕਿਉਂ ਦਿੰਦੀ ਹੈ। ਉਹਨੇ ਆਪਣੇ ਪਤੀ ਤੋਂ ਰਾਣੀ ਸਾਹਿਬ ਕੌਰ ਨੂੰ, ਭਾਵ ਭਰਾ ਨੇ, ਰਾਜਨੀਤੀ ਐਡੀ ਚੰਦਰੀ ਹੈ, ਰਾਜਨੀਤੀ ਅੰਦਰ ਨਿੱਜ ਵੇਖਿਆ ਜਾਂਦਾ ਹੈ, ਸਵਾਰਥ ਵੇਖਿਆ ਜਾਂਦਾ ਹੈ। ਰਾਜਨੀਤਿਕ ਲੋਕ ਕਿਸੇ ਦੇ ਸਕੇ ਨਹੀਂ। ਸਕੇ ਭਰਾ ਰਾਜਾ ਸਾਹਿਬ ਸਿੰਘ ਨੇ ਮੁੜ ਕੇ ਸਮਾਂ ਪਾ ਕੇ ਨਾ ਗੱਦੀਆਂ ਲਾ ਕੇ ਰਾਣੀ ਸਾਹਿਬ ਕੌਰ ਨੂੰ ਬੰਦੀ ਬਣਾ ਦਿੱਤਾ। ਆਓ ਭਵਾਨੀਗੜ੍ਹ ਦੇ ਕਿਲੇ ਵਿੱਚ ਕੈਦ ਰੱਖਿਆ ਔਰ ਕੈਦ ਚੋਂ ਸੁਤੰਤਰ ਹੋਏ। ਭਰਾ ਨਾਲ ਨੂੰ 3 ਦਿਨ ਲੜਾਈ ਲੜਨੀ ਪਈ, ਪਰ ਵਕਤ ਨੇ ਸਾਥ ਨਾ ਦਿੱਤਾ। ਮੁੜ ਕੇ ਫੇਰ ਕੈਦ ਹੋਈ ਰਾਣੀ ਸਾਹਿਬ ਕੌਰ ਭਵਾਨੀਗੜ੍ਹ ਦੇ ਕਿਲੇ ਅੰਦਰ ਦਮ ਤੋੜ ਦਿੰਦੀ ਆ। ਰਾਣੀ ਸਾਹਿਬ ਕੌਰ ਦੀ ਵਾਰਤਾ ਕਹਿੰਦੇ ਆ, ਬਹੁਤ ਭੁੱਲਾਂ ਕਰ ਗਿਆ ਵੀਰਾਂ ਨੇ ਮੈਨੂੰ ਹੁਕਮ ਲਾਇਆ ਇੱਕ ਕਵਿਤਾ ਬੜੀ ਕਾਹਲੀ ਨਾਲ ਮੈਂ ਆਪ ਜੀ ਦੇ ਪਾਵਨ ਚਰਨਾਂ ਦੇ ਵਿੱਚ ਬਿਆਨ ਕਰਨੀ ਹੈ। ਇੰਟਰਨੈਟ ਦੇ ਮਾਧਿਅਮ ਰਾਹੀਂ ਲੱਖਾਂ ਲੋਕ ਸਾਡੇ ਨਾਲ ਜੁੜੇ ਐ। ਸੰਗਤ ਬਹੁਤ ਪਿਆਰ ਕਰਦੀ ਹੈ। ਜਿੱਥੇ ਵੀ ਭੈਣ ਭਰਾ ਬੁਲਾਉਂਦੇ ਨੇ ਮਣਾ ਮੂੰਹੀ ਮੁਹੱਬਤ ਸਤਿਕਾਰ ਆਪ ਜੀ ਪੇਸ਼ ਕਰਦੇ ਹੋ। ਮੈਂ ਸੋਚਦਾ ਵੀ 1000 ਜਨਮ ਵੀ ਲੈ ਲਾ ਤੇ ਜਿਹੜਾ ਮੁਹੱਬਤ ਦਾ ਕਰਜ਼ਾ ਤੁਸੀਂ ਮੇਰੇ ਸਿਰ ਚਾੜਿਆ ਨਾ, ਸਮਰੱਥਾ ਨਹੀਂ ਮੇਰੇ ਵਿੱਚ ਵੀ ਮੈਨੂੰ ਉਤਾਰ ਸਕਾਂ। ਤੁਹਾਡੇ ਪਿਆਰ ਤੋਂ 2 ਬੋਲ 2 ਸ਼ਬਦ ਸਦਕੇ ਕਰਨੇ ਚਾਹੁੰਦਾ ਹੈ। ਮਣਾ ਮੂੰਹੀ ਮੁਹੱਬਤ ਦਾ ਕਰਜ਼ ਜਾਣੋ, ਮੇਰੇ ਸਿਰ ਹੈ ਮੇਰੇ ਪਿਆਰਿਆਂ ਦਾ। ਜਿੱਥੇ ਸਮਾਂ ਸਕੂਨ ਦੇ ਨਾਲ ਲੰਘੇ ਉਹੀ ਹੁੰਦਾ ਹੈ ਦੇਸ਼ ਵਣਜਾਰਿਆਂ ਦਾ। ਪੈਰਾਂ ਹੇਠ ਲਤਾੜੇ ਵੀ ਫੁੱਟ ਪੈਂਦੇ, ਸਮਾਂ ਆਉਂਦਾ ਜਦ ਨਵੇਂ ਪੰਗਾਰਿਆਂ ਦਾ। ਉਹ ਮਿਲਦਾ ਅਮਰ ਸਿਆ ਮਾਣ ਨਿਮਾਣਿਆਂ ਨੂੰ ਤੇ ਟੁੱਟ ਜਾਂਦਾ ਹੰਕਾਰ ਹੰਕਾਰਿਆਂ ਦਾ। ਮੇਰੇ ਪੱਲੇ ਕੋਈ ਕਰਤੂਤ ਨਹੀਂ, ਇਹ ਸੱਚ ਹੈ। ਮੇਰਾ ਗੁਣ ਇਹ ਹੈ ਵੀ ਮੈਂ ਇੱਕ ਮਹਾਨ ਕਵੀਸ਼ਰ, ਸਮਰਾਟ ਕਵੀਸ਼ਰ ਗਿਆਨੀ ਜਰਨੈਲ ਸਿੰਘ ਜੀ ਸਭਰਾਵਾਂ ਸਾਹਿਬ ਉਹਨਾਂ ਦਾ ਬੇਟਾ ਹੈ। ਮੇਰੇ ਬਾਪ ਦੀ ਕਰਨੀ ਕਰਕੇ ਤੁਸੀਂ ਮੈਨੂੰ ਅਦਬ ਦਿੰਦੇ ਹੋ। ਤੁਹਾਡੀ ਕਦਰਦਾਨੀ ਦਾ ਧੰਨਵਾਦ ਕਰਦਾ ਹੈ। ਆਓ ਵੀਰਾਂ ਨੇ ਹੁਕਮ ਲਾਇਆ ਹੈ, ਮਾਵਾਂ ਲੱਭਦੀਆਂ ਨਹੀਂ ਵੀ ਇਹ ਕਵਿਤਾ ਜ਼ਰੂਰ ਪੜ੍ਹੀ ਜਾਏ। ਮਾਂ ਮਮਤਾ ਦੀ ਮੂਰਤ ਹੈ। ਮਾਂ ਭੁੱਖਿਆਂ ਰਹਿ ਰਹਿ ਕੇ ਆਪਣੀ ਔਲਾਦ ਪਾਲਦੀ ਹੈ। APJ ਅਬਦੁਲ ਕਲਾਮ ਸਾਹਿਬ ਰਾਸ਼ਟਰਪਤੀ ਹੋਏ ਨੇ ਸਾਡੇ ਭਾਰਤ ਦੇ। ਉਹਨਾਂ ਦੇ ਜੀਵਨ ਦੇ ਮੁਤਲਕ ਇੱਕ ਬੜੀ ਪਿਆਰੀ ਪੁਸਤਕ ਹੈ ਜਿਹਦਾ ਨਾਮ ਮੈਂ ਉਡਾਰੀ ਅੰਬਰਾਂ ਨੂੰ। ਮੈਂ ਪੜ੍ਹ ਰਿਹਾ ਸਾਂ, ਉਹਦੇ 'ਚ ਲਿਖਿਆ ਸੀ ਮਾਂ ਦੀ ਕੁਰਬਾਨੀ ਕਿੱਡੀ ਵੱਡੀ ਹੈ। ਅਬਦੁਲ ਕਲਾਮ ਸਾਹਿਬ ਰਾਸ਼ਟਰਪਤੀ ਹੈ ਭਾਰਤ ਦਾ। ਉਹ ਕਹਿੰਦਾ ਵੀ ਸਾਡਾ ਪਰਿਵਾਰ ਬਹੁਤ ਵੱਡਾ ਸੀ, ਸਾਡੇ ਟੱਬਰ ਦੇ ਜੀ ਗਿਣੇ ਨਹੀਂ ਸਨ ਜਾਂਦੇ। ਉਹਦਾ ਕਈ ਵਾਰ ਆਟਾ ਮੁੱਕ ਜਾਣਾ, ਘਰ 'ਚ ਗਰੀਬੀ, ਕਈ ਵਾਰ ਇੱਕ ਡੰਗ ਭੁੱਖੇ ਰਹਿਣਾ ਪੈਣਾ। ਆਂਦਾ ਮੈਂ ਖੇਡਦਾ ਖੇਡਦਾ ਘਰ ਆਇਆ ਤੇ ਮੇਰੀ ਮਾਂ ਨੇ ਮੈਨੂੰ ਖਾਣ ਲਈ 2 ਰੋਟੀਆਂ ਦਿੱਤੀਆਂ, ਪਰ ਆਂਦਾ ਮੇਰੀ ਭੁੱਖ ਨਾ ਮਿਟ ਸਕੀ। ਮੈਂ ਆਪਣੀ ਮਾਂ ਨੂੰ ਆਖਿਆ, ਮਾਂ ਅਜੇ ਹੋਰ ਭੁੱਖ ਹੈ, ਮੈਨੂੰ ਹੋਰ ਰੋਟੀ ਦੇ। ਆਂਦਾ ਰਾਤ ਦਾ ਟਾਈਮ ਸੀ, 2 ਰੋਟੀਆਂ ਹੋਰ ਮੇਰੀ ਮਾਂ ਨੇ ਆਂਦਾ ਮੈਨੂੰ ਦਿੱਤੀਆਂ। ਤੇ ਉਹ ਦੱਸਦਾ ਹੈ, ਆਂਦਾ ਮੈਨੂੰ ਮੁੜ ਕੇ ਪਤਾ ਲੱਗਾ ਵੀ ਜਿਹੜੀਆਂ ਰਾਤ 2 ਰੋਟੀਆਂ ਮੈਨੂੰ ਵੱਧ ਦਿੱਤੀਆਂ ਨਾ ਮੇਰੀ ਮਾਂ ਨੇ, ਆਂਦਾ ਉਹ ਮੇਰੀ ਮਾਂ ਦਾ ਹਿੱਸਾ ਸੀ ਤੇ ਮੇਰੀ ਮਾਂ ਸਾਰੀ ਰਾਤ ਭੁੱਖੀ ਰਹੀ ਹੈ। ਇੱਕ ਰਾਤ ਕੀ ਇੱਕ ਦਿਨ ਕੀ, ਮੈਂ ਸਮਝਦਾ ਸਾਰੀ ਜ਼ਿੰਦਗੀ ਔਲਾਦ ਦਾ ਢਿੱਡ ਭਰਨ ਵਾਸਤੇ ਮਾਂ ਭੁੱਖਿਆਂ ਰਹਿਣਾ ਪ੍ਰਵਾਨ ਕਰ ਸਕਦੀ ਹੈ, ਪਰ ਉਹ ਕਦੇ ਨਹੀਂ ਇਹ ਜਰ ਸਕਦੀ ਵੀ ਮੇਰੇ ਧੀਆਂ ਪੁੱਤਾਂ ਨੂੰ ਆਂਚ ਆਏ, ਇਹਨਾਂ ਨੂੰ ਕੋਈ ਦੁੱਖ ਹੋਏ, ਇਹਨਾਂ ਨੂੰ ਕੋਈ ਤਕਲੀਫ ਹੋਏ। ਤਾਈਓ ਮੋਹਨ ਸਿੰਘ ਕਹਿੰਦਾ ਹੈ, ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਆਂਦਾ ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕੀਆਂ ਸੁੱਕ ਜਾਂਦੇ, ਐ ਪਰ ਫੁੱਲਾਂ ਦੇ ਕਮਲਾਇਆ ਇਹ ਬੂਟਾ ਸੁੱਕ ਜਾਏ। ਮਾਂ ਜਿਹਦੀ ਜਿਉਂਦੀ ਆ ਨਾ, ਦੁਨੀਆ ਵਾਲਿਓ ਮਾਂ ਦੇ ਪੈਰਾਂ ਨੂੰ ਲੱਗੀ ਮਿੱਟੀ ਵਿੱਚ ਸਵਰਗ ਮਹਿਸੂਸ ਕਰੋ, ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋ ਜਾਏਗੀ। ਤੇ ਜਿਹੜੇ ਲੋਕ ਮਾਂ ਬਾਪ ਦੀ ਕਦਰ ਨਹੀਂ ਨਾ ਕਰਦੇ, ਸਮਾਜ ਉਹਨਾਂ ਦੀ ਕਦਰ ਨਹੀਂ ਕਰਦਾ। ਮਾਂ ਕੀ ਹੁੰਦੀ ਹੈ? ਜਿਨ੍ਹਾਂ ਦੀਆਂ ਜਿਉਂਦੀਆਂ ਨੇ ਉਹ ਕਦਰ ਕਰੋ, ਤੇ ਨਹੀਂ ਤੇ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੀਆਂ ਮਾਵਾਂ ਮਰ ਗਈਆਂ। ਜਦੋਂ ਮਾਂ ਮਰ ਜਾਏ ਨਾ, ਹੱਥਾਂ ਦੇ ਵਿੱਚੋਂ ਕਾਮ ਹੀ ਰੋਟੀ ਦੀ ਬੁਰਕੀ ਖੋਹ ਕੇ ਲੈ ਜਾਂਦੀ ਹੈ। ਆਓ ਮਾਂ ਦੇ ਪਰਥਾਏ ਇਹ ਕਵਿਤਾ ਤੁਰ ਜਾਵਣ ਇੱਕ ਵਾਰ,
ਤੇ ਮਾਵਾਂ ਲੱਭਦੀਆਂ ਨਹੀਂ। ਜਿਸ ਦੀ ਗੋਦ ਸਵਰਗ ਨਿਆਈ ਲੱਗਦੀ ਏ, ਪਿਆਰੀ ਮਾਤਾ ਹੁੰਦੀ ਮੂਰਤ ਰੱਬ ਦੀ ਏ, ਪਿਆਰੀ ਮਾਤਾ ਹੁੰਦੀ ਮੂਰਤ ਰੱਬ ਦੀ ਏ। ਇੰਨੀਆਂ ਗੂੜੀਆਂ ਛਾਵਾਂ ਜਗ ਤੇ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਉਹ ਮੰਦਾ ਮੂੰਹ ਚੋਂ ਬੋਲਣ ਮਾਵਾਂ ਰੋਕਦੀਆਂ, ਚੰਗੇ ਮੰਦੇ ਥਾਂ ਤੋਂ ਮਾਵਾਂ ਟੋਕਦੀਆਂ, ਚੰਗੇ ਮੰਦੇ ਥਾਂ ਤੋਂ ਮਾਵਾਂ ਟੋਕਦੀਆਂ। ਵਿੱਚ ਇੰਨੀਆਂ ਨੇਕ ਸਲਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਉਹ ਪੁੱਤਰ ਭਾਵੇਂ ਲੱਖ ਜਹਾਨ ਤੇ ਮੰਦੇ ਨੇ, ਮਾਵਾਂ ਆਖਣ ਸਾਰੇ ਜੱਗ ਤੋਂ ਚੰਗੇ ਨੇ, ਮਾਵਾਂ ਆਖਣ ਸਾਰੇ ਜੱਗ ਤੋਂ ਚੰਗੇ ਨੇ। ਹੋਰ ਕਿਸੇ ਤੋਂ ਇੰਜ ਵਫਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਉਹ ਮਾਵਾਂ ਵਰਗਾ ਕਿਸੇ ਨੇ ਦਰਦ ਵੰਡਾਉਣਾ ਨਹੀਂ, ਐਵੇਂ ਬੂਹਾ ਖੜਕਿਆ ਭੱਜ ਕੇ ਆਉਣਾ ਨਹੀਂ, ਹੋ ਐਵੇਂ ਬੂਹਾ ਖੜਕਿਆ ਭੱਜ ਕੇ ਆਉਣਾ ਨਹੀਂ। ਐਵੇਂ ਬੋਲਣਾ ਕਾਵਾਂ ਮਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਉਹ ਜਰਨ ਜੰਮੀ ਹੋਵੇ ਤਾਂ ਇੱਕ ਕੰਮ ਕਰ ਜਾਵੀਂ, ਹੋ ਸਕਿਆ ਤਾਂ ਮਾਂ ਤੋਂ ਪਹਿਲਾਂ ਮਰ ਜਾਵੀਂ, ਹੋ ਸਕਿਆ ਤਾਂ ਮਾਂ ਤੋਂ ਪਹਿਲਾਂ ਮਰ ਜਾਵੀਂ। ਬਾਅਦ ਚ ਜਗ ਤੇ ਮਰਨ ਨੂੰ ਥਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਉਹ ਜਰਨ ਜੰਮੀ ਬਾਤਾਂ ਕਰੇ ਕਮਾਲ ਦੀਆਂ, ਮੂੰਹ ਦੀਆਂ ਬੁਰਕੀਆਂ ਦੇ ਮਾਵਾਂ ਪਾਲਦੀਆਂ, ਓ ਮੂੰਹ ਦੀਆਂ ਬੁਰਕੀਆਂ ਦੇ ਮਾਵਾਂ ਪਾਲਦੀਆਂ। ਮਾਵਾਂ ਦੇਣ ਗਜਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਓ ਹੋਵਣ ਪੁੱਤ ਬਿਮਾਰ ਤੇ ਮਾਵਾਂ ਕੂਕਦੀਆਂ, ਜਰਦੀਆਂ ਨਹੀਂ ਤਕਲੀਫਾਂ ਬਾਲ ਮਲੂਕ ਦੀਆਂ, ਜਰਦੀਆਂ ਨਹੀਂ ਤਕਲੀਫਾਂ ਬਾਲ ਮਲੂਕ ਦੀਆਂ। ਅਮਰਜੀਤ ਕੇ ਲੱਖ ਪਛਤਾਵਾਂ, ਅਮਰਜੀਤ ਕੇ ਲੱਖ ਪਛਤਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ।